जिस तरह प्रोग्राम शुरू में दस्सिया सी कि असीं गलबात करना अज दे प्रोग्राम 'च करांगे। विपिन शर्मा होनी जो जर्मनी दे विच काफ़ी लंबे समय तो रह रहे हैं, सोशल वर्कर ने, इस दे नाल नाल उत्थे खेतीबाड़ी भी करते हैं, क्योंकि दुनिया भर दे विच गल हो रही किसान अंदोलन की। कुछ गल्लां बातां इन्हां नाल किसान अंदोलन बारे करांगे ते नाल नाल खेतीबाड़ी ते। मिश्रा साहब, साझा पंजाब टोरंटो दे विच जी आयां नूं, सत श्री अकाल। की हाल चाल है तुहाडे जी? सत श्री अकाल दसान जी, सत श्री अकाल। मेरे वालों सारे तुहाडे श्रोतावां नूं बहुत बहुत सत श्री अकाल। किन्ने क समय तो तुसी जर्मनी च रह रहे हो ते अगे जाके गलबात आपां खेतीबाड़ी दी भी करनी? हाँ जी। मैं पिछले 25 साल तो जर्मनी च रह रहा जी, ते इत्थे दी खेतीबाड़ी ते इंडिया दी, मैं खेतीबाड़ी परिवार नाल बिलोंग करता था। मेरे पेरेंट्स भी, दादे, सब पूरे बजुर्ग परिवार सारा ही खेतीबाड़ी करता आया ते अजे भी करता ही पिया खेती। जर्मनी दे विच की माहौल है? खेतीबाड़ी किस तरह की जाती है? जर्मनी दे विच तकरीबन 1 मिलियन लोग जिहड़े ने इत्थे खेतीबाड़ी करते ने, ते जिहड़े 1 मिलियन लोग ने वो जिहड़े गुड्स ने प्रोड्यूस करते ने तकरीबन 50 बिलियन यूरोस दे ना। और जर्मनी जिहड़ा है जिहड़ा थर्ड लार्जेस्ट एक्सपोर्टर ऑफ एग्रीकल्चर गुड्स, ये जिहड़ा है थर्ड लार्जेस्ट एक्सपोर्टर हैगा ਇਹਦਾ। ਤੇ खेती ਜਿਹੜੀ ਇੱਥੇ बड़ी साइंटिफिक एंड टैक्नोलॉजिकल तरीके ਨਾਲ ਕੀਤੀ ਜਾਂਦੀ ਹੈ। ਜੇ ਅਸੀਂ ਪੁਰਾਣੀ ਗੱਲ ਕਰੀਏ ਤੇ ਸੈਕੰਡ ਵਰਲਡ ਵਾਰ ਤੋਂ ਬਾਅਦ ਜਰਮਨੀ ਦੇ ਵਿੱਚ ਜਿਹੜਾ ਇੱਕ ਜ਼ਿਮੀਂਦਾਰ ਸੀ ਜਾਂ ਇੱਕ ਜਿਹੜਾ ਫਾਰਮਰ ਸੀ, ਉਹ ਤਕਰੀਬਨ 10 ਲੋਕਾਂ ਦਾ ਖਾਣਾ ਪ੍ਰੋਡਿਊਸ ਕਰਦਾ ਸੀ ਜੀ। ਹੁਣ ਉਹ 150 ਬੰਦਿਆਂ ਦਾ, 150 ਲੋਕਾਂ ਦਾ ਖਾਣਾ ਪ੍ਰੋਡਿਊਸ ਕਰਦਾ ਹੈ। ਤੇ ਉਹ ਇਹਨਾਂ ਨੇ ਟੈਕਨੀਕਲੀ ਇੰਨੀ ਤਰੱਕੀ ਕੀਤੀ ਇੱਥੇ ਜਰਮਨੀ ਵਾਲਿਆਂ ਨੇ। ਕਿਹੜੀ ਫਸਲ ਜ਼ਿਆਦਾ ਹੁੰਦੀ ਜਰਮਨੀ 'ਚ? ਜਰਮਨੀ ਦੇ ਵਿੱਚ ਜੀ कणक बहुत होंगी है, अपनी मक्की बहुत होंगी है, शुगर बीट बड़ी होंगी है, ग्रेप्स की बड़ी खेती होंगी है, क्योंकि वाइन प्रोड्यूसर है। मेन ये खेतियां इत्थे कीतियां जांदियां ने। ਹੁਣ ਥੋੜੀ ਗੱਲਬਾਤ ਕਰੀਏ ਕਿਸਾਨ ਅੰਦੋਲਨ ਦੀ, ਕਿ ਦੁਨੀਆ ਭਰ ਦੇ ਵਿੱਚ ਇੱਕ ਜਿਹੜਾ ਚਿੰਤਾ ਹੈ ਸਾਰਿਆਂ ਨੂੰ ਕਿ ਕਿੰਨੇ ਲੰਬੇ ਸਮੇਂ ਤੋਂ 2 ਮਹੀਨੇ ਦਾ ਸਮਾਂ ਹੋ ਗਿਆ ਦਿੱਲੀ ਦੇ ਬਾਰਡਰ ਦੇ ਉੱਤੇ, ਹਰਿਆਣੇ ਦੇ, ਪੰਜਾਬ ਦੇ, ਹੋਰ ਵੱਖਰੇ ਸੂਬਿਆਂ ਤੋਂ ਕਿਸਾਨ ਉੱਥੇ ਪਹੁੰਚੇ ਹੋਏ ਨੇ। ਇੱਕ ਚਿੰਤਾ ਦਾ ਵਿਸ਼ਾ ਹੈ। ਸਰਕਾਰ ਨੇ ਜਿਹੜੇ 3 ਕਾਨੂੰਨ ਲੈ ਕੇ ਆਂਦੇ, ਉਹਨਾਂ ਦੀ ਮੰਗ ਹੈ ਕਿ ਕਾਨੂੰਨ ਵਾਪਸ ਲਏ ਜਾਣ। ਤੁਸੀਂ ਉਸ ਅੰਦੋਲਨ ਨੂੰ ਕਿਸ ਅੰਦਾਜ਼ ਨਾਲ ਦੇਖ ਰਹੇ ਹੋ? ਸਭ ਤੋਂ ਪਹਿਲਾਂ ਤੇ ਮੈਂ ਤੁਹਾਡੇ ਸਾਰੇ ਸ਼ਰੋਤਾਵਾਂ ਨੂੰ, ਜਿਹੜੇ ਉੱਥੇ 40 ਤੋਂ ਜ਼ਿਆਦਾ ਬੰਦੇ ਕਿਸਾਨ ਅੰਦੋਲਨ ਦੇ ਵਿੱਚ ਸ਼ਹੀਦ ਹੋ ਗਏ, ਉਹਨਾਂ ਨੂੰ ਬੜੀ ਸ਼ਰਧਾਂਜਲੀ ਦੇਣਾ ਚਾਹੁੰਦਾ। 140 ਹੋ ਗਿਆ ਜੀ ਹੁਣ, 140। ਹਾਂ ਜੀ, ਉਹਨਾਂ ਪਰਿਵਾਰਾਂ ਨੂੰ, ਉਹਨਾਂ ਨੂੰ ਤਾਕਤ ਬਖਸ਼ਣ ਇਹ ਦੁੱਖ ਨੂੰ ਬਰਦਾਸ਼ਤ ਕਰਨੇ ਦੀ ਜੀ। ਦੂਜੀ ਗੱਲ ਕਿਸਾਨ ਅੰਦੋਲਨ ਦੀ ਇਹ ਵੇ ਕਿ ਸਰਕਾਰ ਦੇ ਨਾਲ ਕਿਸਾਨਾਂ ਦੀ ਕਈ ਦਫਾ ਦੀ ਗੱਲਬਾਤ ਹੋ ਚੁੱਕੀ ਹੈ ਤੇ ਸਾਡੇ ਬਹੁਤ ਸਾਰੇ ਬਜ਼ੁਰਗ ਮਹਿਲਾਵਾਂ, ਬੱਚੇ ਉੱਥੇ 2 ਮਹੀਨਿਆਂ ਤੋਂ ਚੱਲਦੇ ਵੀ ਨੇ। ਬੜੇ ਦੁੱਖ ਦੀ ਗੱਲ ਹੈ ਕਿ ਇਹਦਾ ਕੋਈ ਇਹਨਾਂ ਕੋਲੋਂ ਹੱਲ ਨਹੀਂ ਨਿਕਲ ਰਿਹਾ ਜੀ। ਅੰਦੋਲਨ 1-2 ਦਿਨ ਹੋਵੇ ਚੱਲਦਾ, ਇਹ ਹੁਣ ਤੇ 2 ਮਹੀਨੇ ਹੋ ਗਏ ਅੰਦੋਲਨ ਨੂੰ, ਤੇ ਇਹਦਾ ਕੋਈ ਸੋਲੂਸ਼ਨ ਨਹੀਂ ਨਿਕਲ ਰਿਹਾ ਜੀ। ਤੇ ਮੇਰਾ ਨਿੱਜੀ ਵਿਚਾਰ ਇਹ ਵੇ ਕਿ ਇਹ ਜਿਹੜੇ ਕਾਨੂੰਨ ਨੇ, ਇਹਨਾਂ ਵਿੱਚ ਕੋਈ ਨਾ ਕੋਈ ਕਮੀਆਂ ਤੇ ਹੈਗੀਆਂ ਸੀ, ਤਾਂ ਹੀ ਸਰਕਾਰ ਜਿਹੜਾ ਵੇ ਸੰਸ਼ੋਧਨ ਕਰਨ ਨੂੰ ਤਿਆਰ ਸੀ। ਤੇ ਜੇ ਸੰਸ਼ੋਧਨ ਹੁਣ ਮੇਰੇ ਖਿਆਲ ਨਾਲ ਕਿ ਜ਼ਿਮੀਂਦਾਰਾਂ ਨੂੰ ਵੀ ਤੇ ਦੋਨਾਂ ਪਾਰਟੀਆਂ ਨੂੰ ਮਿਲ ਕੇ, ਜਿਹੜੀ ਜਥੇਬੰਦੀਆਂ ਨੇ, ਇਹਨਾਂ ਨੂੰ ਵੀ ਮਿਲ ਕੇ ਕੋਈ ਨਾ ਕੋਈ ਇਹਦਾ ਗੱਲ ਨੂੰ ਹੁਣ ਹੱਲ ਵੱਲ ਜਾਣਾ ਚਾਹੀਦਾ, ਕਿਉਂਕਿ ਇਹਨੂੰ ਹੋਰ ਲੰਬਾ ਨਹੀਂ ਖਿੱਚਣਾ ਚਾਹੀਦਾ ਅੰਦੋਲਨ ਨੂੰ, ਤੇ ਕੋਈ ਨਾ ਕੋਈ ਵਿੱਚ ਦਾ ਰਸਤਾ ਅਪਣਾ ਕੇ ਇਹਦਾ ਸੋਲੂਸ਼ਨ ਕਰ ਲੈਣਾ ਚਾਹੀਦਾ। ਕਿਉਂਕਿ ਇਸ ਤਰ੍ਹਾਂ ਤੇ ਹੋਰ ਲੰਬਾ ਕਿੰਨੇ ਕੁ ਲੋਕਾਂ ਨੂੰ ਹੋਰ ਸ਼ਹੀਦੀ ਦਿੱਤੀ ਜਾ ਸਕਦੀ ਹੈ, ਹਨਾ। ਇਹ ਤੇ ਬਹੁਤ ਸਰਕਾਰ ਦਾ, ਸਰਕਾਰ ਵੱਲੋਂ ਇਹ ਤੇ ਦੇਖਿਆ ਜਾਵੇ ਤੇ ਸਰਕਾਰ ਜਿਹੜੀ ਹੈ ਉਹ ਦੇਖੋ ਨਾ, ਤੁਸੀਂ ਅਗਰ ਅਸੀਂ ਦੇਖੀਏ ਤੇ ਸਾਡੇ ਬਜ਼ੁਰਗ ਵੀ ਜਿਹੜੀ ਖੇਤੀ ਕਰਦੇ ਵੀ ਸੀ, ਜਿਹੜੇ ਜੀਰੀ ਲਾਉਂਦੇ ਸੀ, ਚੌਲ ਲਾਉਂਦੇ ਸੀ, ਕਣਕ ਲਾਉਂਦੇ ਸੀ, ਅਸੀਂ ਵੀ ਉਹੀ ਲਾਈ ਜਾਂਦੇ ਅੱਜ ਤੱਕ। ਇਹਨੂੰ ਜਰਮਨੀ ਵਾਂਗੂ ਜਾਂ ਦੂਜੇ ਦੇਸ਼ਾਂ ਵਾਂਗੂ ਇਹਨੂੰ ਥੋੜਾ ਜਿਹਾ ਮਾਡਰਨ ਕਰਨ ਦੀ ਵੀ ਲੋੜ ਹੈ। ਜਥੇਬੰਦੀਆਂ ਨੂੰ ਤੇ ਸਰਕਾਰ ਨੂੰ ਦੋਨਾਂ ਨੂੰ ਮਿਲ ਕੇ ਇਹਦਾ ਸੋਲੂਸ਼ਨ ਕਰਨਾ ਚਾਹੀਦਾ। ਕੁਝ ਐਸੀਆਂ ਫਸਲਾਂ ਲਾਈਆਂ ਜਾਣ, ਕੁਛ ਐਸਾ ਇਹਦਾ ਸੋਲੂਸ਼ਨ ਕੀਤਾ ਜਾਵੇ, ਕਿਉਂਕਿ ਸਰਕਾਰ ਕੋਲ ਚੌਲ, ਕਣਕ, ਉਹ ਵੀ ਕਈ ਜਾਂਦੇ ਸਾਡੇ ਕੋਲ ਓਵਰ ਪਿਆ, ਸਮਾਨ ਫਾਲਤੂ ਪਿਆ। ਤੇ ਦੂਜੀ ਗੱਲ ਪਾਸੋਂ ਦੇਖਿਆ ਜਾਏ, ਅਸੀਂ ਆਇਲ ਸੀਡ 2000 ਕਰੋੜ ਦਾ ਇੰਪੋਰਟ ਕਰਦੇ ਪਏ ਹਾਂ। ਉਹ ਵੀ ਕਿਉਂ ਇੰਪੋਰਟ ਕਰਦੇ ਹਾਂ? ਸਾਡੇ ਆਪਣੀ ਜ਼ਿੰਮੇਵਾਰੀ ਉਹ ਵੀ ਉਧਰ ਵੀ ਮੂਵ ਕੀਤੀ ਜਾ ਸਕਦੀ ਹੈ। ਤੇ ਸਾਰਿਆਂ ਨੂੰ ਮਿਲ ਕੇ ਇਹਦਾ ਕੋਈ ਨਾ ਕੋਈ ਸੋਲੂਸ਼ਨ ਇੱਦਾਂ ਦਾ ਕੱਢਣਾ ਚਾਹੀਦਾ ਕਿ ਇੱਕ ਖੇਤੀ ਵੀ ਮਾਡਰਨ ਹੋ ਜਾਏ ਤੇ ਜ਼ਿਮੀਂਦਾਰਾਂ ਨੂੰ ਵੀ ਫਾਇਦਾ ਹੋਵੇ, ਇਹਨਾਂ ਦੀ ਇਨਕਮ ਵੀ ਵੱਧ ਜਾਵੇ। ਮਿਸ਼ਰਾ ਸਾਹਿਬ, ਤੁਸੀਂ ਸਾਂਝਾ ਪੰਜਾਬ ਵਾਸਤੇ ਸਮਾਂ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਆਪਣੇ ਵੱਲੋਂ ਤੁਸੀਂ ਕੋਈ ਜਿਹੜੇ ਕਿਸਾਨ ਭਰਾ ਸਾਡੇ ਬੈਠੇ ਨੇ ਦੁਨੀਆ ਭਰ ਦੇ ਵਿੱਚ, ਹਰ ਇੱਕ ਵਿਅਕਤੀ ਨੂੰ ਚਿੰਤਾ ਜ਼ਰੂਰ ਹੈ, ਫਿਕਰ ਹੈ। ਸਵੇਰੇ ਉੱਠ ਕੇ ਅਸੀਂ ਇਹੀ ਦੇਖਦੇ ਹਾਂ ਕਿ ਕਿਸਾਨ ਅੰਦੋਲਨ ਦੇ ਵਿੱਚ ਕੀ ਕੁਛ ਵਾਪਰਿਆ। ਆਪਣੇ ਵੱਲੋਂ ਕਿਸਾਨ ਭਰਾਵਾਂ ਨੂੰ
ਤੇ ਸਰਕਾਰ ਨੂੰ ਤੁਸੀਂ ਕਿਹੜਾ ਮੈਸੇਜ ਦੇਣਾ ਚਾਹੁੰਦੇ ਹੋ? ਮੈਂ ਕਿਸਾਨ ਭਰਾਵਾਂ ਨੂੰ ਵੀ ਤੇ ਸਰਕਾਰ ਨੂੰ ਵੀ ਬੜਾ ਵਿਨਰਤਾਪੂਰਵਕ ਇੱਕ ਸੰਦੇਸ਼ ਦੇਣਾ ਚਾਹੁੰਦਾ ਕਿ ਪਲੀਜ਼ ਆਪਣੀਆਂ ਜਿੱਦਾਂ ਛੱਡ ਕੇ ਆਪਣਾ ਵਿਚਾਰੇ ਉਹਨਾਂ ਕਿਸਾਨਾਂ ਦਾ, ਗਰੀਬਾਂ ਦਾ ਜਿਹੜੇ ਉੱਥੇ ਬੈਠੇ ਨੇ, ਇਹਨਾਂ ਦਾ ਕੋਈ ਹੱਲ ਲੱਭੋ ਤੇ ਇਹਨਾਂ ਨੂੰ ਕਿਸਾਨ ਨੂੰ ਖਤਮ ਕਰਨ ਤੇ ਲੋਕੀ ਆਪਣੇ ਘਰਾਂ ਦੇ ਵਿੱਚ ਜਾਣ ਤੇ ਬੱਚੇ ਵੀ ਜਾ ਕੇ ਆਪਣੇ ਮਾਂ-ਬਾਪ ਦੇ ਨਾਲ ਸਕੂਨ ਨਾਲ ਰਹਿਣ, ਉੱਥੋਂ ਜਾਣ ਬਾਰਡਰਾਂ ਦੇ ਜਿਹੜੇ ਵਿਚਾਰੇ ਬੈਠੇ ਆ। ਥੈਂਕ ਯੂ ਸੋ ਮਚ ਮਿਸਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਸੀਂ ਆਉਣ ਵਾਲੇ ਦਿਨਾਂ ਵਿੱਚ ਫਿਰ ਤੁਹਾਡੇ ਨਾਲ ਇੱਕ ਵਾਰੀ ਜ਼ਰੂਰ ਗੱਲਬਾਤ ਕਰਿਆ ਕਰਾਂਗੇ, ਕਿਉਂਕਿ ਜਿੱਥੇ ਦੁਨੀਆ ਭਰ ਦੇ ਵਿੱਚ ਸਾਡੇ ਲੋਕ ਵੱਸਦੇ ਨੇ, ਬੜੀ ਤਰੱਕੀ ਕੀਤੀ ਹੈ, ਜਿਸ ਤਰ੍ਹਾਂ ਤੁਸੀਂ ਵੀ ਉੱਥੇ ਜਾ ਕੇ ਬਹੁਤ ਤਰੱਕੀ ਕੀਤੀ ਹੈ। ਤੇ ਆਉਣ ਵਾਲੇ ਦਿਨਾਂ ਵਿੱਚ ਤੁਹਾਡੀ ਜੀਵਨੀ ਬਾਰੇ ਅਸੀਂ ਸਾਂਝਾ ਪੰਜਾਬ ਤੇ ਜ਼ਰੂਰ ਗੱਲਬਾਤ ਕਰਾਂਗੇ। ਤੁਹਾਡਾ ਸਮਾਂ ਦੇਣ ਦਾ ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮਚ। ਇਹ ਸਨ ਜਰਮਨੀ ਤੋਂ ਅਸੀਂ ਗੱਲਬਾਤ ਕੀਤੀ ਵਿਪਨ ਮਿਸ਼ਰਾ ਹੁਣਾਂ ਦੇ ਨਾਲ, ਉਹ ਵੀ ਉੱਥੇ ਖੇਤੀਬਾੜੀ ਕਰਦੇ ਨੇ। ਤੇ ਹੁਣ ਜਿਸ ਤਰ੍ਹਾਂ ਅਸੀਂ ਹਰ ਐਤਵਾਰ ਨੂੰ ਗੱਲਬਾਤ ਕਰਦੇ ਹਾਂ ਸੁਰਜੀਤ ਸਿੰਘ ਝਵੇਲਵਾੜੀ ਹੁਣਾਂ ਦੇ ਨਾਲ, ਕਿ ਅਸੀਂ ਜਿਹੜੀ ਖੇਤੀ ਹੈ ਉਹਨੂੰ ਅਸੀਂ ਬਚਾਉਣਾ ਕਿਵੇਂ ਹੈ, এনवायरमेंट ਨੂੰ ਕਿਵੇਂ ਬਚਾਉਣਾ ਹੈ। ਸਾਰਿਆਂ ਨੂੰ ਇਸ ਗੱਲ ਦਾ ਸਾਨੂੰ ਫਿਕਰ ਹੋਣਾ ਚਾਹੀਦਾ। ਇੱਕ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਾਂ ਤੇ ਨਾਲ ਨਾਲ ਰਾਮ ਪਵਾਰ ਹੁਣੀ ਸਾਂਝਾ ਪੰਜਾਬ ਦੇ ਵਿੱਚ ਸਾਡੇ ਨਾਲ ਇੱਥੇ ਪਹੁੰਚੇ ਹੋਏ ਨੇ, ਉਹਨਾਂ ਨਾਲ ਕੁਝ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਤੁਹਾਨੂੰ ਦੋਨਾਂ ਨੂੰ ਸਾਂਝਾ ਪੰਜਾਬ ਤੇ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਥੋੜਾ ਉੱਚੀ ਬੋਲੋ। ਸਤਿ ਸ਼੍ਰੀ ਅਕਾਲ ਜੀ। ਤੇ ਸੁਰਜੀਤ ਸਿੰਘ ਜੀ, ਆਪਾਂ ਹਰ ਹਫ਼ਤੇ ਗੱਲਬਾਤ ਕਰਦੇ ਹਾਂ ਕਿ ਕਿਸਾਨ ਅੰਦੋਲਨ ਦਾ ਹਰ ਇੱਕ ਨੂੰ ਫਿਕਰ ਹੈ, ਪਰ ਸਾਨੂੰ ਅਸੀਂ ਖੇਤੀ ਨੂੰ ਬਚਾਉਣਾ ਕਿਵੇਂ ਹੈ, ਤੇ ਇਸ ਬਾਰੇ ਥੋੜ੍ਹੀ ਜਿਹੀ ਗੱਲਬਾਤ ਅੱਜ ਕਿਸ ਤਰ੍ਹਾਂ ਆਪਾਂ ਸ਼ੁਰੂਆਤ ਕਰਨੀ ਹੈ। ਇੱਕ ਨਵੀਂ ਸ਼ੁਰੂਆਤ ਜਿਹੜੀ ਕਰਨ ਜਾ ਰਹੇ ਹਾਂ, ਲੋਕਾਂ ਨੇ ਪਸੰਦ ਵੀ ਕਰਨਾ, ਤੁਹਾਨੂੰ ਹੁੰਗਾਰਾ ਵੀ ਔਰ ਮਿਲ ਰਿਹਾ, ਇਸ ਕਰਕੇ ਸਾਨੂੰ ਕਿਤੇ ਨਾ ਕਿਤੇ ਸ਼ੁਰੂਆਤ ਜ਼ਰੂਰ ਕਰਨੀ ਪਏਗੀ। ਹਾਂਜੀ ਦੋਸਾਂਝ ਸਾਹਿਬ, ਪਹਿਲਾਂ ਵਾਲੇ ਪ੍ਰੋਗਰਾਮਾਂ ਤੋਂ ਜਦੋਂ ਸਾਨੂੰ ਸਾਡੇ ਦਰਸ਼ਕਾਂ ਨੇ, ਸਾਡੇ ਮਿੱਤਰ ਪਿਆਰਿਆਂ ਨੇ ਇੰਨਾ ਵਧੀਆ ਰਿਸਪੌਂਸ ਦਿੱਤਾ ਤੇ ਉਹਨਾਂ ਨਾਲ ਸਾਡਾ ਹੌਸਲਾ ਅਫਜ਼ਾਈ ਕੀਤੀ ਵੀ ਕੁਝ ਕੀਤਾ ਜਾਵੇ ਜੀ। ਹੱਥ ਤੇ ਹੱਥ ਧਰ ਕੇ ਚਾਹ ਦੇ ਨਾਲ ਪੀਪੇ ਵਾਲੇ ਬਿਸਕੁਟ ਖਾ ਕੇ ਅਸੀਂ ਕਿਸਾਨ ਅੰਦੋਲਨ ਨੂੰ ਐਂ ਵੇਖਦੇ ਹਾਂ ਜਿਵੇਂ ਕਿਸੇ ਰਾਜੇ ਭੋਜ ਦੀ ਬਾਤ ਸੁਣਨੀ ਹੋਵੇ ਜੀ, ਜਾਂ ਕਿਸੇ ਮੂਵੀ ਦੇ ਵਿੱਚ ਅਸੀਂ ਵਿਲਨ ਤੇ ਹੀਰੋ ਦਾ ਕੁਛ ਮਤਲਬ ਮੂਵੀ ਵੇਖ ਰਹੇ ਹੁੰਦੇ ਹਾਂ। ਤਾਂ ਸਾਡਾ ਪ੍ਰਵਾਸੀਆਂ ਦੇ ਕੋਲੇ 40% ਜ਼ਮੀਨ ਹੈ ਪੰਜਾਬ ਦੀ, ਉਹਨਾਂ ਦਾ ਕੋਈ ਰੋਲ ਹੈ ਉੱਥੇ, ਉਹ ਉੱਥੇ ਧਰਤੀ ਨਾਲ ਜੁੜੇ ਹੋਏ ਆ। ਤਾਂ ਸਾਨੂੰ ਲੱਗਿਆ ਕਿ ਸਾਨੂੰ ਹੱਥ ਤੇ ਹੱਥ ਧਰ ਕੇ ਟੀਵੀ ਦੀਆਂ ਖਬਰਾਂ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ, ਸਾਨੂੰ ਕੁਛ ਕਰਨਾ ਚਾਹੀਦਾ ਜੀ। ਔਰ ਜਿਹੜੀ ਗੱਲ ਤੁਸੀਂ ਕੀਤੀ ਸੀ ਅੱਜ ਧਰਤੀ ਬਾਰੇ ਕੁਛ ਕਰਨਾ ਹੈ, ਗੁਰੂ ਮਹਾਰਾਜ ਨੇ ਧਰਤੀ ਨੂੰ ਮਾਂ ਆਖਿਆ ਤੇ ਪਾਣੀ ਨੂੰ ਪਿਤਾ। ਅਸੀਂ ਕਿੰਨਾ ਕੁ ਮੰਨਿਆ? ਅਸੀਂ ਅੱਜ ਜਿਹੜੀ ਗੱਲ ਕਰਨੀ ਹੈ ਨਾ, ਅੱਜ ਅਸੀਂ ਇਹ ਪਰਨ ਕਰੀਏ ਕਿ ਅੱਜ ਅਸੀਂ ਧਰਤੀ ਮਾਂ ਬਾਰੇ ਗੱਲ ਕਰਾਂਗੇ, ਧਰਤੀ ਮਾਂ ਦੀ ਸਿਹਤ ਬਾਰੇ ਗੱਲ ਕਰਾਂਗੇ। ਬੰਦਾ ਜਦੋਂ ਜਨਮ ਲੈਂਦਾ ਨਾ, ਉਹ ਕਹਿੰਦੇ ਜਗਿਆਸੂ ਬੰਦਾ ਜਿਹੜਾ ਇੱਕ ਪੂਰਨ ਮਨੁੱਖ ਹੈ, ਉਹ 3 ਕਰਜ਼ੇ ਲੈ ਕੇ ਜੰਮਦਾ ਹੈ। ਇੱਕ ਕਰਜ਼ਾ ਉਹਦੇ ਮਾਂ ਪਿਓ ਦਾ, ਦੂਜਾ ਕਰਜ਼ਾ ਉਹਦੇ ਬੱਚਿਆਂ ਦਾ, ਤੇ ਤੀਜਾ ਕਰਜ਼ਾ ਸਮਾਜ ਦਾ ਜੀ। ਭਾਈ ਗੁਰਦਾਸ ਦੀਆਂ ਵਾਰਾਂ 'ਚ ਕਿਹਾ ਗਿਆ ਕਿ ਜਿਹੜਾ ਬੰਦਾ ਕੀਤੇ ਨੂੰ ਭੁੱਲ ਜਾਵੇ, ਕਿਸੇ ਦੇ ਗੁਣ ਨੂੰ ਭੁੱਲ ਜਾਵੇ, ਕੋਈ ਧਰਤੀ ਮਾਂ ਸਾਨੂੰ ਰਹਿਣ ਲਈ ਜਗ੍ਹਾ ਦਿੰਦੀ ਹੈ, ਸਾਨੂੰ ਖਾਣ ਲਈ, ਅਸੀਂ ਜਿਉਂਦੇ ਹਾਂ ਧਰਤੀ ਕਰਕੇ, ਪਰ ਅਸੀਂ ਧਰਤੀ ਦੇ ਕਿਤੇ ਵੀ ਧੰਨਵਾਦੀ ਨਹੀਂ ਹੋਏ। ਅਸੀਂ ਉਹਦੇ ਸਾਰੇ ਸਾਨਾਂ ਦਾ ਅਸੀਂ ਕਿਤੇ ਮੰਨਿਆ ਹੀ ਨਹੀਂ ਜੀ। ਕਿਰਤ ਕਣ ਬਾਰੇ ਭਾਈ ਗੁਰਦਾਸ ਦੀਆਂ ਵਾਰਾਂ 'ਚ ਬਹੁਤ ਇਹ ਲਿਖਿਆ ਕਿ ਧਰਤੀ ਸਾਰੀ ਦੁਨੀਆ ਦਾ ਭਾਰ ਚੱਲ ਸਕਦੀ ਹੈ, ਪਰ ਧਰਤੀ ਤੋਂ ਅਕਿਰਤ ਕਣ ਬੰਦੇ ਦਾ ਬੋਝ ਨਹੀਂ ਚੱਲਿਆ ਜਾਂਦਾ। ਆਸਾਨ ਖਾਮੋਸ਼। ਹਾਂਜੀ, ਸੋ ਸਾਡੇ ਤੇ ਕਰਜ਼ਾ ਸੀ। ਜਦੋਂ ਮਨੁੱਖ ਜੰਮਦਾ ਹੈ ਨਾ, ਇਹ ਕਿਹਾ ਜਾਂਦਾ ਕਿ ਉਹ 30,000 ਦਿਨ ਧਰਤੀ ਤੇ ਜਿਉਂਦਾ ਹੈ ਜੀ। ਧਰਤੀ ਲਤੜਦਾ ਹੈ, ਉਹ 2 ਛੱਪੜ ਪਾਣੀ ਦੇ ਪੀ ਜਾਂਦਾ ਹੈ। ਉਹ 2 ਕਿਲੋ ਫੂਡ ਰੋਜ਼ ਦਾ ਖਾਵੇ ਨਾ, ਤੇ 7,000 ਕੁਇੰਟਲ ਫੂਡ ਖਾ ਜਾਂਦਾ ਇੱਕ ਬੰਦਾ। ਵਾਹ। ਉਹ 10,000 ਤੋਂ ਉੱਤੇ ਪੌਦੇ ਖਾ ਜਾਂਦਾ ਹੈ। ਔਰ ਕਦੇ ਉਹਨੇ ਸੋਚਿਆ ਕਿ ਮੈਂ ਕੁਛ ਵਾਪਸ ਵੀ ਧਰਤੀ ਨੂੰ ਦੇਵਾਂ? ਸੋ ਜੇ ਆਪਾਂ ਮਨੁੱਖ ਨੂੰ ਅਕਿਰਤ ਕਣ ਨਾ ਕਹੀਏ ਤਾਂ ਫਿਰ ਕਹੀਏ ਵੀ ਕੀ? ਉਹ ਇੰਨੀਆਂ ਸੁਵਿਧਾਵਾਂ ਮਾਣਦਾ ਹੈ। ਜਿਵੇਂ ਨਾ ਕੋਈ ਬਿਮਾਰ ਬੰਦੇ ਨੂੰ ਜਦੋਂ ਡਾਕਟਰ ਨੇ ਦੇਖਣਾ ਹੋਵੇ ਨਾ ਜੀ, ਤਾਂ ਉਹ ਬੋਡੀ ਦਾ pH ਲੈਵਲ ਚੈੱਕ ਕਰਦਾ ਬੰਦੇ ਦਾ। ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਧਰਤੀ ਦਾ ਵੀ pH ਲੈਵਲ ਹੁੰਦਾ ਹੈ।
ਰੇਹਾਂ ਸਪਰੇਆਂ ਨਾਲ ਧਰਤੀ ਦਾ ਪੀਐਚ ਲੈਵਲ ਘਟ ਜਾਂਦਾ, ਉਹਦੇ ਚੋਂ ਫੂਡ ਨਿਕਲਣ ਵਾਲਾ ਜਿਹੜਾ ਉਹਦਾ ਵੀ ਪੀਐਚ ਲੈਵਲ ਹੈ, ਜਿਸ ਤਰ੍ਹਾਂ ਸਾਡੀ ਬਾਡੀ ਹੈ, ਅਲਕਲਾਈਨ ਲੈਵਲ ਹੈ, ਐਸਿਡਿਕ ਲੈਵਲ ਹੈ। ਜੀ। ਸੋ ਅੱਜ ਜਿਹੜੀ ਅਸੀਂ ਗੱਲ ਕਰਨੀ ਹੈ ਨਾ, ਅੱਜ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਸ ਵਾਕ ਤੋਂ ਕਿ ਪਵਨ ਗੁਰੂ ਪਾਣੀ ਪਿਤਾ ਪਾਣੀ ਪਿਤਾ ਮਾਤਾ ਤਤ ਮਹਤ। ਮਾਤਾ ਤਰਤ ਮਹਤ, ਉੱਥੋਂ ਸ਼ੁਰੂ ਕਰਦੇ ਹਾਂ ਕਿ ਮਹਾਰਾਜ ਨੇ ਬਾਣੀ 'ਚ ਇੱਕ ਗੱਲ ਲਿਖੀ ਸੀ ਕਿ ਤੁਹਾਡਾ ਨਾ ਉਹਦੇ 'ਚ ਅਰਦਾਸ ਆਪਾਂ ਜਿਹੜੀ ਕਰਦੇ ਹਾਂ, ਸਰਬੱਤ ਸ਼ਬਦ ਆਉਂਦਾ ਹੈ। ਸਰਬੱਤ ਦੇ ਵਿੱਚ ਸਰਬੱਤ ਬਹੁਤ ਵੱਡਾ ਸ਼ਬਦ ਹੈ। ਉਹਦੇ 'ਚ ਮਨੁੱਖ ਨਹੀਂ ਆਉਂਦੇ, ਉਹ 'ਚ ਪਸ਼ੂ ਨਹੀਂ ਆਉਂਦੇ, ਉਹ 'ਚ ਪੰਛੀ ਵੀ ਨਹੀਂ ਆਉਂਦੇ ਇਕੱਲੇ, ਉਹ 'ਚ ਪੱਥਰ ਵੀ ਆਉਂਦੇ ਆ। ਜਦੋਂ ਕਹਿਣਾ ਪਸ਼ੂ ਪ੍ਰੇਤ ਮੁਗਧ ਪਾਥਰ ਕੋ ਤਾਰੇ, ਉਹ 'ਚ ਸਾਰਾ ਯੂਨੀਵਰਸ ਆ ਜਾਂਦਾ ਹੈ। ਤੇ ਵਾਰ-ਵਾਰ ਇਹ ਰਿਪੀਟਡਲੀ ਗੱਲ ਆਉਂਦੀ ਹੈ, ਮਨੁੱਖ ਨੂੰ ਕਿਹਾ ਗਿਆ ਕਿ ਤੇਰੀ ਮੱਤ ਹੈ ਨਾ ਜਿਹੜੀ, ਇਹ ਬਹੁਤ ਵੱਡੀ ਹੋ ਜੂਗੀ ਜੇ ਤੈਨੂੰ ਇਹ ਪਤਾ ਲੱਗ ਗਿਆ ਕਿ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇਹ ਗੱਲ ਭੁੱਲਣੀ ਨਹੀਂ। ਪਰ ਅਸੀਂ ਸਭਨਾ ਜੀਆਂ ਦੀ ਕਿਤੇ ਗੱਲ ਕੀਤੀ ਹੈ? ਜਿੰਨੀ ਤਬਾਹੀ ਜੀਆਂ ਜੰਤੂਆਂ ਦੀ, ਪੌਦਿਆਂ ਦੀ, ਧਰਤੀ ਮਾਂ ਦੀ ਔਰ ਪਾਣੀ ਦੀ ਸਾਡੇ ਪੰਜਾਬ 'ਚ ਹੋਈ ਹੈ, ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਅਸੀਂ ਨਾ ਗੁਰੂ ਮਹਾਰਾਜ ਦੇ ਉਪਦੇਸ਼ ਨੂੰ ਮੰਨਿਆ, ਨਾ ਧਰਤੀ ਨੂੰ ਮਾਂ ਮੰਨਿਆ, ਨਾ ਪਾਣੀ ਨੂੰ ਪਿਤਾ ਮੰਨਿਆ। ਅਸੀਂ ਜਿੰਨੀ ਵੀ ਹੋ ਸਕੀ ਉਹਦੀ ਤਬਾਹੀ ਠਾਤੀ। ਪ੍ਰਵਾਸੀ ਭਾਰਤੀਆਂ ਦੇ ਕੋਲ 40% ਲੈਂਡ ਹੈ। ਮੈਂ ਜਿਵੇਂ ਪਹਿਲਾਂ ਵੀ ਕਿਹਾ ਕਿ ਜੇ ਚਾਹਣ ਤਾਂ ਬਹੁਤ ਵੱਡਾ ਡੈਂਟ ਪਾ ਸਕਦੇ ਆ ਇਸ ਗੱਲ 'ਤੇ। ਔਰ ਧਰਤੀ ਦੇਖੋ, ਧਰਤੀ ਦੀ ਸਿਹਤ ਤਾਂ ਤਕੜੀ ਹੋ ਸਕਦੀ ਹੈ ਕਿ ਉੱਥੇ ਜੀਵ ਜੰਤੂ ਹੋਣ, ਉੱਥੇ ਪੌਦੇ ਹੋਣ। ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਜਿਹੜੀਆਂ ਵੱਲਾਂ ਨੂੰ ਸਬਜ਼ੀਆਂ ਨਹੀਂ ਨਾ ਲੱਗਦੀਆਂ, ਉਹਨੂੰ ਟੀਕੇ ਲਾਏ ਜਾਂਦੇ ਆ। ਇਹ ਟੀਕਿਆਂ ਦਾ ਕੰਮ ਪੋਲੀਨੇਟਰਸ, ਸ਼ਹਿਦ ਦੀਆਂ ਮੱਖੀਆਂ, ਤਿਤਲੀਆਂ, ਬਹੁਤ ਬਰੀਕ ਪਿਆਰੇ ਜੀਵ ਜੰਤੂ ਕਰਦੇ ਸੀ। ਇਸੇ ਤਰ੍ਹਾਂ ਜਿਹੜਾ ਨਾ ਅਸੀਂ ਸਾਰਾ ਕੁਛ ਹੀ ਇਨਸੈਕਟੀਸਾਈਡ, ਪੈਸਟੀਸਾਈਡ ਤੋਂ ਲੈਣ ਲੱਗ ਪਏ। ਜਿਹੜਾ ਕੁਛ ਉੱਪਰ ਉੱਡਣ ਵਾਲੇ ਪੰਛੀ ਕਰਦੇ ਸੀ, ਉਹ ਬਹੁਤ ਸਾਰੇ ਮਿੱਤਰ ਕੀੜਿਆਂ ਦਾ ਹੈਬੀਟੇਟ ਹੀ ਨਹੀਂ ਰਿਹਾ। ਉਹਨਾਂ ਨੂੰ ਰਹਿਣ ਲਈ ਘਰ ਹੀ ਨਹੀਂ ਰਿਹਾ। ਉਹਨਾਂ ਨੂੰ ਰਹਿਣ ਲਈ ਜਿਹੜੇ ਘਰ ਸੀ ਨਾ, ਉਹ ਜੰਗਲ ਸੀ, ਉਹ ਦਰਖਤ ਸੀਗੇ। ਲੋਕ ਉਹ ਪੰਜਾਬ ਦੇ ਜਾਂ ਹਿੰਦੁਸਤਾਨ ਦੇ ਜਾਂ ਜਿਹੜੀ ਵੀ ਧਰਤੀ 'ਤੇ ਅਸੀਂ ਰਹੀਏ, ਉੱਥੋਂ ਦੀ ਇੱਕ ਲੋਕਲ ਬਨਸਪਤੀ ਹੁੰਦੀ ਹੈ ਜਿਹੜੀ ਕੁਦਰਤ ਨੇ ਪੈਦਾ ਕੀਤੀ ਹੁੰਦੀ ਹੈ ਜੀ। ਅੱਜ ਸਮਾਂ ਜਦੋਂ ਅਸੀਂ ਇਹ ਅੰਦਰ ਡੁੱਬ ਕੇ ਵਿਚਾਰ ਕੀਤਾ ਨਾ, ਤਾਂ ਸਾਨੂੰ ਕਾਫੀ ਸਾਰੇ ਕਾਲਾਂ ਆਈਆਂ। ਔਰ ਕੁਛ ਲੋਕ ਹੁੰਦੇ ਆ ਕਿ ਉਹਨਾਂ ਦੇ ਉੱਤੇ ਅਸਰ ਨਹੀਂ ਹੁੰਦਾ, ਪਰ ਕੁਛ ਲੋਕ ਦਿਲੋਂ ਲਹਿਰਾਂ ਨਾਲ ਜੁੜ ਜਾਂਦੇ ਆ। ਉਹ ਬੰਦੇ ਜਿਹੜੇ ਹੁੰਦੇ ਆ ਨਾ, ਉਹ ਗੁਰੂ ਮਹਾਰਾਜ ਉਹਨਾਂ ਨੂੰ ਸ਼ਕਤੀ ਦਿੰਦਾ ਹੈ। ਅੱਜ ਜਦੋਂ ਅਸੀਂ ਇਹ ਗੱਲ ਕੀਤੀ ਕਿ ਆਹ ਮੁੱਦਾ ਹੈ, ਸਾਡੇ ਹਿੰਦੁਸਤਾਨ ਦਾ ਮੁੱਦਾ ਹੈ, ਸਾਡੇ ਪਸ਼ੂਆਂ ਪੰਛੀਆਂ ਲਈ ਧਰਤੀ ਨਹੀਂ ਛੱਡੀ, ਅਸੀਂ ਪਾਣੀ ਦੀ ਬਰਬਾਦੀ ਕਰ ਰਹੇ ਹਾਂ। ਆਉਣ ਵਾਲੀਆਂ 20-25 ਸੈਂਟੀਮੀਟਰ ਹਰ ਸਾਲ ਪਾਣੀ ਥੱਲੇ ਚਲਾ ਜਾਂਦਾ ਹੈ। 350 ਫੁੱਟ ਤੋਂ ਪਾਣੀ ਹੁਣ ਪੀਣ ਲਈ ਮਿਲ ਰਿਹਾ। ਅਸੀਂ ਦੂਸਰੇ ਪਾਸੇ ਖਾਣ ਲਈ ਜੋ ਮਿਲ ਰਿਹਾ ਹੈ, ਕਿਹਾ ਜਾਂਦਾ ਸੀ ਕਿ ਮਾਂ ਦਾ ਦੁੱਧ ਸਭ ਤੋਂ ਪਵਿੱਤਰ ਹੁੰਦਾ ਹੈ ਜੀ। ਮਾਂ ਦੇ ਦੁੱਧ 'ਚ ਯੂਰੀਆ ਆ ਰਹੀ ਹੈ, ਔਰ 2 ਲੱਖ ਮੌਤਾਂ ਸੰਸਾਰ 'ਚ ਯੂਰੀਆ ਦੇ ਵਧਣ ਕਾਰਨ ਹੋ ਰਹੀਆਂ। ਇਸ ਤਰ੍ਹਾਂ ਦਾ ਜਦੋਂ ਡਿਸਕੋਰਸ ਚੱਲਿਆ ਤਾਂ ਅਸੀਂ ਦੋਸਤਾਂ ਨਾਲ ਗੱਲ ਕੀਤੀ ਵੀ ਕੁਛ ਕੀਤਾ ਜਾਵੇ, ਤੁਸੀਂ ਵੀ ਇਨਵੋਲਵ ਸੀ ਇਹਦੇ 'ਚ ਜੀ। ਤੇ ਅੱਜ ਜਦੋਂ ਇਹ ਗੱਲ ਚੱਲੀ ਕਿ ਕਿੱਥੋਂ ਸ਼ੁਰੂਆਤ ਕੀਤੀ ਜਾਵੇ, ਤਾਂ ਜਦੋਂ ਇਹ ਸੋਚਿਆ ਕਿ ਲੋਕ ਪ੍ਰਵਾਸੀ ਬੰਦੇ ਜਿਨ੍ਹਾਂ ਦੇ ਕੋਲ ਜ਼ਮੀਨ ਹੈ, ਉਹ ਆਪਣਾ ਦਸਵੰਧ ਕੱਢਣ। ਉਹ 10 ਮਰਲਿਆਂ ਵਾਲਾ ਇੱਕ ਮਰਲਾ ਛੱਡੇ, ਕੋਈ ਕਨਾਲ ਛੱਡੇ, ਕੋਈ ਕਿਆਰਾ ਛੱਡੇ, ਕੋਈ ਕਿੱਲਾ ਛੱਡੇ, ਬਹੁਤ ਵਧੀਆ। ਜਿੰਨੀ ਜ਼ਮੀਨ ਦਾ ਉਹ ਦਸਵੰਧ ਨਹੀਂ ਤਾਂ ਉਦੋਂ ਘੱਟ ਛੱਡੇ, ਪਰ ਉਹ ਜ਼ਮੀਨ ਕੁਦਰਤ ਦੇ ਨਾਂ 'ਤੇ, ਧਰਤੀ ਮਾਂ ਦੇ ਨਾਂ 'ਤੇ, ਪੰਛੀਆਂ ਦੇ ਨਾਂ 'ਤੇ, ਸਭਨਾ ਜੀਆਂ ਕਾ ਇੱਕ ਦਾਤਾ, ਉਹਦੇ ਨਾਂ 'ਤੇ ਜ਼ਮੀਨ ਛੱਡੇ। ਤਾਂ ਫਿਰ ਸਾਨੂੰ ਬਹੁਤ ਖੁਸ਼ੀ ਹੋਈ। ਸਾਡੇ ਹਰਿਆਣੇ ਤੋਂ ਵੀਰ ਰਾਮਪਾਲ ਸਿੰਘ ਗੁੱਜਰ, ਉਹ ਕਹਿੰਦੇ ਯਾਰ ਮੈਂ ਸੁਣ ਨਹੀਂ ਸਕਦਾ ਇਹਦੋਂ ਵੱਧ। ਯਕੀਨ ਮੰਨਿਓ, ਉਹਨਾਂ ਨਾਲ ਗੱਲ ਕੀਤੀ ਤੇ ਉਹ ਕਹਿੰਦੇ ਮੈਂ ਹੋਰ ਨਹੀਂ ਸੁਣ ਸਕਦਾ। ਔਰ ਉਹਨਾਂ ਨੇ ਆਪਣੇ ਤਿਲਫਲ ਇਕੱਠੇ ਕਰਕੇ ਨਾ ਉੱਥੇ ਜ਼ਮੀਨ ਲਈ ਸੀ ਆਪਣੇ ਜਿਹੜੇ ਪਿੰਡ ਜੀ। ਉਹ ਜ਼ਮੀਨ ਦਾ 1.25 ਏਕੜ ਅੱਜ ਵੇਖੋ, ਵਿਨੋਬਾ ਭਾਵੇ ਨੇ ਭੂਤ ਦਾਨ ਅੰਦੋਲਨ ਚਲਾਇਆ ਸੀ, ਇਤਿਹਾਸ ਜਾਣਦਾ। ਪਰ ਅਸੀਂ ਤਾਂ ਦਾਨ ਵੀ ਕਹਿੰਦੇ ਤੁਸੀਂ ਆਪਦੇ ਨਾਂ 'ਤੇ ਹੀ ਰੱਖੋ। ਉਹ ਪਹਿਲ ਕਦਮੀ ਉਹਨਾਂ ਨੇ ਕੀਤੀ, ਕਹਿੰਦੇ ਯਾਰ ਸਭ ਤੋਂ ਪਹਿਲਾਂ ਮੈਂ ਨਿੱਤਰਦਾ ਮੈਦਾਨ 'ਚ। ਜਿਵੇਂ ਭਾਈ ਧਰਮ ਸਿੰਘ ਹਰਿਆਣੇ ਵਾਲੇ, ਹਸਤਰਾਮਪੁਰ ਵਾਲੇ ਪਿਆਰੇ ਨਿੱਤਰੇ ਸੀ ਨਾ, ਦੂਜੇ ਪਿਆਰੇ ਸੀ ਉਹ, ਜਵੰਦਾ ਗੋਤ ਸੀ ਉਹਨਾਂ ਦਾ, ਉਹ ਵੀ ਇਹਨਾਂ ਦੀ ਧਰਤੀ ਤੋਂ ਸੀ। ਅੱਜ ਫਿਰ ਰਾਮ ਸਿੰਘ ਗੁੱਜਰ ਇਹਨਾਂ ਨੇ ਸ਼ੁਰੂਆਤ ਕੀਤੀ ਕਿ ਮੈਂ ਪ੍ਰਤਿੱਗਿਆ ਕਰਦਾ
ਮੈਂ ਕਮਿਟਮੈਂਟ ਕਰਦਾ, ਮੈਂ ਧਰਤੀ ਪਾਣੀ ਤੇ ਆਕਾਸ਼ ਨੂੰ ਜਾਣੀ ਜਾਣ ਕਰਕੇ ਇਹਨਾਂ ਦੀ ਗਵਾਹੀ ਦੇ ਵਿੱਚ ਇਹ ਅੱਜ ਪ੍ਰਤਿੱਗਿਆ ਕਰਦਾ ਕਿ ਮੈਂ ਰਾਮ ਸਿੰਘ ਗੁੱਜਰ ਆਪਣੀ ਜ਼ਮੀਨ ਦਾ ਦਸਵੰਧ ਗੁਰੂ ਨਾਨਕ ਪਾਤਸ਼ਾਹ ਦੇ 551ਵੇਂ ਦਿਵਸ ਤੇ ਵਾਹ ਜੀ, ਬਹੁਤ ਬਹੁਤ ਖੁਸ਼ੀ ਮੈਂ ਛੱਡਣ ਨੂੰ ਤਿਆਰ ਹਾਂ। ਮੈਂ ਬਹੁਤਾ ਦੇਰ ਨਹੀਂ ਲਾਉਂਦਾ, ਹੁਣ ਤੁਸੀਂ ਸਿੱਧੀ ਮੇਰੇ ਖਿਆਲ ਗੱਲ ਬਾਈ ਜੀ ਹੋਰਾਂ ਨਾਲ ਹੀ ਕਰੋ। ਰਾਮ ਪ੍ਰਵਾਸ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਟੂਡੀਓ ਪਹੁੰਚੇ। ਜਿਹੜੀ ਸਾਡੀ ਸ਼ੁਰੂਆਤ ਅਸੀਂ ਸਾਰੇ ਇਕੱਠੇ ਹੋ ਕੇ ਆਪਾਂ ਕਰਨ ਜਾ ਰਹੇ ਹਾਂ, ਜਦੋਂ ਆਪਾਂ ਗੱਲਬਾਤ ਕੀਤੀ ਤੁਸੀਂ ਕਿਹਾ ਬਾਕੀ ਗੱਲਾਂ ਛੱਡੋ, ਇਹ ਸ਼ੁਰੂਆਤ ਮੇਰੇ ਤੋਂ ਕਰੋ। ਥੈਂਕ ਯੂ ਸੋ ਮਚ, ਤੁਹਾਡਾ ਬਹੁਤ ਬਹੁਤ ਧੰਨਵਾਦ। ਹਾਂਜੀ, ਸਭ ਤੋਂ ਪਹਿਲਾਂ ਤਾਂ ਜੀ ਸਾਰੇ ਭਾਈਚਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਪ੍ਰਣਾਮ ਜੀ। ਮੈਂ ਰਾਮਪਾਲ ਸਿੰਘ ਗੁੱਜਰ, ਬੈਕ ਹੋਮ ਡਿਸਟ੍ਰਿਕਟ ਪੰਚਕੂਲਾ ਹਰਿਆਣਾ ਭਾਰਤ ਤੋਂ ਜੀ, ਤੇ ਨਾਓ ਆਈ ਐਮ ਇਨ ਕੈਨੇਡਾ। ਤੇ ਗੱਲ ਆਪਾਂ ਸਿੱਖਦੇ ਹਾਂ ਆਪਣੀ ਹਿਸਟਰੀ ਤੋਂ ਜੀ, ਤੇ ਜਿਹੜੇ ਆਪਣੇ ਨਾਇਕ ਹੁੰਦੇ ਆ। ਅੱਜ ਇੱਕ ਇਹੋ ਜਿਹੀ ਸ਼ਖਸੀਅਤ ਦੀ ਜਯੰਤੀ ਹੈ ਜਿਨੇ ਭਾਰਤ ਦੇ ਆਜ਼ਾਦੀ ਦੇ ਅੰਦੋਲਨ ਦੀ ਦਸ਼ਾ ਬਦਲਤੀ ਸੀ ਜੀ। ਨੇਤਾ ਜੀ ਸੁਭਾਸ਼ ਚੰਦਰ ਬੋਸ, ਆਜ਼ਾਦ ਹਿੰਦ ਫੌਜ ਖੜੀ ਕਰਤੀ ਜੀ ਉਹਨਾਂ ਨੇ, ਤੇ ਜੈ ਹਿੰਦ ਦਾ ਨਾਰਾ ਦਿਆ ਜੀ। ਆਪਾਂ ਨੂੰ ਇਹਨਾਂ ਤੋਂ ਸਿੱਖਣ ਤੋਂ ਕੀ ਮਿਲਦਾ ਵੀ ਤੁਹਾਡੇ 'ਚ ਹਿੰਮਤ ਹੋਣੀ ਚਾਹੀਦੀ, ਤੁਸੀਂ ਕੁਝ ਵੀ ਕਰ ਸਕਦੇ ਹੋ। ਵਾਹ ਜੀ। ਤੇ ਉਹ ਹਿੰਮਤ ਸਾਨੂੰ ਆਈ ਲਾਸਟ ਵੀਕ ਜਦ ਭਾਜੀ ਨੇ ਡਿਸਕਸ ਕਰਿਆ। ਤੇ ਮੇਰੇ ਖਿਆਲ ਤੋਂ ਮੇਰੇ ਆਪਣੇ ਵਿਚਾਰ ਹੋ ਸਕਦੇ ਆ ਜੀ ਵੀ ਆਪਾਂ ਨਾ ਆਲਵੇਜ਼ ਪ੍ਰੋਬਲਮਸ ਡਿਸਕਸ ਕਰਦੇ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ, ਸੋਲੂਸ਼ਨ ਨਹੀਂ ਲੱਭਦੇ। ਸੋਲੂਸ਼ਨ ਆਪਾਂ ਕਦੀ ਵੀ ਡਿਸਕਸ ਨਹੀਂ ਕਰਦੇ ਜੀ। ਤੇ ਕਹਿੰਦੇ ਵੀ ਜਗਾਉਣ ਵਾਸਤੇ ਚੂੰਟੀ ਮਾਰਨੀ ਵੀ ਜ਼ਰੂਰੀ ਹੈ। ਜੇ ਆਪਾਂ ਆਪਣੀ ਗੱਲ ਕਰੀਏ NRIs ਦੀ, ਅਸੀਂ ਸਾਰਾ ਦਿਨ ਹਿੰਦੁਸਤਾਨ ਦੀ ਅੱਛਾਈ ਬੁਰਾਈ ਕਰੀ ਜਾਂਦੇ ਆ ਨਾ, ਪਰ ਸੋਲੂਸ਼ਨ ਅਸੀਂ ਨਹੀਂ ਦਿੰਦੇ। ਦੈਟਸ ਰਾਈਟ। ਜਿਹੜਾ ਬੰਦਾ ਉੱਥੇ ਹੈ ਜੀ, ਚਾਹੇ ਉਹ 100 ਏਕੜ ਦਾ ਮਾਲਕ ਹੈ, 50 ਦਾ, ਉਹਦੀ ਆਪਣੀ ਮਜਬੂਰੀ ਹੈ। ਹੋ ਸਕਦਾ ਉਹ ਖੁਦ ਦੇ ਨਾ ਦੇ, ਹੈ ਨਾ। ਪਰ ਜੇ ਅਸੀਂ ਉਰੇ ਰੋਟੀ ਖਾ ਰਹੇ ਹਾਂ, ਜਿਹੜੀ ਜ਼ਮੀਨ ਉੱਥੇ ਪਈ ਹੈ ਆਪਣੀ ਕਿਰਤ ਕਰੀ ਹੋਈ। ਮੈਂ ਕਹਿੰਦਾ ਮੇਰੀ ਦਾਦਾ ਲਈ ਅਲੱਗ ਹੈ। ਮੈਂ ਆਪਣੀ ਕਰਮ ਭੂਮੀ ਉਰੇ ਮਿਹਨਤ ਕਰਕੇ ਮੈਂ 1.25 ਕਿੱਲਾ ਪੰਚਕੂਲੇ ਦੇ ਨਾਲ ਹੀ ਨਾਡਾ ਸਾਹਿਬ ਗੁਰਦੁਆਰਾ ਪੈਂਦਾ ਜੀ, ਉਹਦੇ 12 ਕਿਲੋਮੀਟਰ ਦਾਇਰੇ 'ਚ ਮੈਂ ਖਰੀਦਿਆ ਹੋਇਆ। ਵਾਹ। ਤੇ ਉਹ ਮੈਂ ਆਪਣੀ ਕਰਮ ਭੂਮੀ ਦੀ ਮਿਹਨਤ ਕਰਕੇ ਆਪਣੀ ਜਨਮ ਭੂਮੀ ਦਾ ਕਰਜ਼ ਉਤਾਰਨ ਵਾਸਤੇ, ਜਦ ਭਾਜੀ ਨੇ ਮੈਨੂੰ ਕਿਹਾ ਵੀ, ਮੈਂ ਕਿਹਾ ਮੈਂ ਜਿੰਨੇ ਜੋਗਾ ਹੈ, ਕਿਉਂਕਿ ਜੇ ਕੋਈ ਬੰਦਾ ਕਿਸੇ 'ਚ ਕੋਈ ਐਬ ਹੈ, ਉਹ ਦੂਜੇ ਬੰਦੇ ਨੂੰ ਉਹ ਐਬ ਛੱਡਣ ਵਾਸਤੇ ਨਹੀਂ ਕਹਿ ਸਕਦਾ। ਜੇ ਤੁਹਾਡੇ 'ਚ ਸਹਾਰਾ ਨਹੀਂ ਹੈ, ਤੁਸੀਂ ਦੂਜੇ ਬੰਦੇ ਨੂੰ ਕਹਿ ਨਹੀਂ ਸਕਦੇ ਵੀ ਸ਼ੁਰੂਆਤ ਕਿਤੇ ਹੋਣੀ ਚਾਹੀਦੀ ਹੈ ਨਾ। ਤੇ ਉਹ 1.25 ਏਕੜ ਲੈਂਡ ਮੈਂ ਆਪਣੇ ਜਿਹੜਾ ਵੀ ਆਪਣਾ ਰਵਾਇਤੀ ਜੰਗਲ ਹੈ ਉਸ ਵਾਸਤੇ ਮੈਂ ਦੇਵਾਂਗਾ। ਤੇ ਆਪਾਂ ਹੋਰ ਵੀ ਜਿਹੜੀ ਵੀ ਸੇਵਾ ਕਰ ਸਕਦੇ ਹਾਂ ਆਪਾਂ ਹੋਰ ਅਰੇਂਜ। ਮੈਂ ਆਪਣੇ ਮਿੱਤਰ ਯਾਰ ਦੋਸਤਾਂ ਨਾਲ ਗੱਲ ਕੀਤੀ ਉੱਤੇ, ਉਹ ਕਹਿੰਦਾ ਵੀ ਤੂੰ ਚੱਲ ਤੋਂ ਸਹੀ, ਆਸ ਕਾ ਦੀਪ ਜਲਾ ਤੋਂ ਸਹੀ, ਲੋਕ ਆਪਣੇ ਆਪ ਜੁੜਤੇ ਚਲੇ ਜਾਏਗਾ ਔਰ ਕਾਫਲਾ ਬਣता ਚਲਾ ਜਾਏਗਾ। ਤੇ ਜ਼ਮੀਨ ਤੁਸੀਂ ਦਿੱਤੀ, ਮਤਲਬ ਇਹ ਇੱਕ ਸ਼ੁਰੂਆਤ ਜਿਹੜੀ ਕੀਤੀ ਨਾ ਰਾਮ ਜੀ, ਕਿਉਂਕਿ ਕਿਤੇ ਨਾ ਕਿਤੇ ਸ਼ੁਰੂਆਤ ਜ਼ਰੂਰ ਹੋਣੀ ਚਾਹੀਦੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਕਿਉਂਕਿ ਆਪਾਂ ਜਿਹੜੀ ਜ਼ਮੀਨ ਹੈ ਸੁਰਜੀਤ ਸਿੰਘ, ਜਿਹੜੀ ਇਹਦੇ ਵਿੱਚ ਕਰਨਾ ਕੀ ਹੈ, ਆਪਾਂ ਸੰਗਤਾਂ ਨੇ ਜ਼ਰੂਰ ਸਾਂਝੀ ਕਰਾਂਗੇ ਕਿ ਲੋਕ ਇਹ ਨਾ ਸੋਚਣ ਕਿ ਸਾਡੀ ਜ਼ਮੀਨ ਕੋਈ ਲੈ ਰਿਹਾ। ਹਾਂਜੀ, ਮੈਂ ਦੱਸਦਾ ਥੋੜਾ ਜਿਹਾ। ਜਿਹੜਾ ਬਾਗਬਾਨੀ ਹੈ ਉਹ ਸਾਡੇ ਕਲਚਰ ਦਾ ਪਾਰਟ ਹੈ ਜੀ। ਜੀ, ਪਿੰਡਾਂ 'ਚ ਜਦੋਂ ਆਪਾਂ ਪਹਿਲਾਂ ਜਾਂਦੇ ਸੀਗੇ, ਬਾਗ ਹੁੰਦੇ ਸੀਗੇ ਬਾਹਰ, ਹੈ ਨਾ, ਤੇ ਆਪਣੀ ਮੋਟਰਾਂ 'ਤੇ ਵੀ ਅਸੀਂ ਲਾਉਂਦੇ ਸੀਗੇ ਦਰਖਤ ਨਾ, ਰਵਾਇਤੀ ਦਰਖਤ ਹੈ ਸਾਡੇ ਜੀ। ਰਵਾਇਤੀ ਦਰਖਤਾਂ ਦਾ ਫਾਇਦਾ ਕੀ ਹੈ ਆਪਣੀ, ਕਿਉਂਕਿ ਉਹ ਆਪਣੀ ਜ਼ਮੀਨ ਦੇ ਹੈ, ਆਪਣੀ ਜ਼ਮੀਨ ਮਜ਼ਬੂਤ ਹੋਊਗੀ, ਪਾਣੀ ਦਾ ਲੈਵਲ ਵਧੂਗਾ, ਖੁਸ਼ਹਾਲੀ ਆਊਗੀ। ਹੋਰ ਤਾਂ ਹੋਰ ਜੇ ਆਪਾਂ ਫਰਟੀਲਾਈਜ਼ਰ ਨਹੀਂ ਪਾਉਂਦੇ, ਪਸ਼ੂ ਧਨ ਵਧੂਗਾ ਜੀ। ਜੀ, ਠੀਕ ਹੈ ਨਾ ਜੀ। ਫਿਰ ਅਸੀਂ ਇੱਕ ਮੁਹਿੰਮ, ਮੇਰੇ ਦਿਲੀ ਖੁਆਇਸ਼ ਹੈ ਵੀ ਆਪਾਂ ਨੋਨ ਯੂਰੀਆ ਯੂਜ਼ ਦੀ ਮੁਹਿੰਮ ਚਲਾਉਂਗੇ ਇੱਕ। ਵਾਹ ਜੀ ਵਾਹ। ਜੇ ਰਹੇ ਤੇ ਉਹੀ ਹੁੰਦਾ ਵੀ ਤੂੰ ਚੱਲ ਤਾਂ ਸਹੀ, ਫਿਰ ਲੋਕ ਆਪਣੇ ਆਪ ਜੁੜਦੇ ਆ ਜੀ। ਤੇ ਸੱਚੀ ਚੰਗੀ ਸੋਚ ਲੈ ਕੇ ਭਾਜੀ ਚੱਲ ਰਹੇ ਆ, ਤੇ ਮੇਰੇ ख्याल तो कुछ ना कुछ तो कर ही देंगे। एक काफिला बहुत बड़ा चलेगा। कुछ ना कर पाए तो शोर तो मचा ही देंगे। अगर आप साथ खड़े हुए, आपकी पहचान और इतिहास तो बना ही देंगे। वाह, बहुत खूब, बहुत खूब। थैंक यू सो मच। ਤੁਹਾਡਾ ਬਹੁਤ ਬਹੁਤ ਧੰਨਵਾਦ ਰਾਮ ਜੀ। ਅੱਛਾ, ਤੁਸੀਂ ਇੱਥੇ ਬੈਠੇ ਰਹਿਣਾ। ਤੁਸੀਂ ਸੁਰਜੀਤ ਭਾਜੀ ਇਹ ਦੱਸੋ ਕਿ ਇਹ ਜਿਹੜੀ ਜ਼ਮੀਨ ਕੋਈ ਵਿਅਕਤੀ, ਕਿ ਕਿਸੇ ਹੋਰ ਨੇ ਵੀ, ਬਹੁਤ ਲੋਕ ਆਉਣਗੇ ਹੁਣ ਆਪਾਂ ਨੂੰ ਜ਼ਮੀਨ ਦੇਣ ਵਾਸਤੇ, ਬਟ ਇਹ ਜ਼ਮੀਨ ਦੇ ਵਿੱਚ ਆਪਾਂ ਕਰਨਾ ਕੀ ਹੈ? ਦੇਖੋ, ਇਹ ਜ਼ਮੀਨ 'ਚ ਕਰਨਾ ਕੀ ਹੈ, ਇਹ ਬਹੁਤ ਇੰਪੋਰਟੈਂਟ ਸਵਾਲ ਹੈ ਜੀ। ਅਸੀਂ ਜ਼ਮੀਨ ਆਪਣੇ ਨਾਂ ਤੇ ਰੱਖਣੀ ਹੈ, ਕਿਸੇ ਨੂੰ ਦੇਣੀ ਨਹੀਂ ਜੀ। ਕਿਸੇ ਦੇ ਨਾਂ ਤੇ ਰਜਿਸਟਰੀ ਨਹੀਂ ਕਰਾਉਣੀ। ਅੱਛਾ। ਕਿਸੇ ਸੰਸਥਾ ਨੂੰ ਨਹੀਂ ਦੇਣੀ, ਕੋਈ ਪੈਸਾ ਨਹੀਂ ਦੇਣਾ ਸਾਨੂੰ ਜਾਂ ਕਿਸੇ ਹੋਰ ਸੰਸਥਾ ਨੂੰ ਜੀ। ਤੁਹਾਡੇ ਨਾਂ ਤੇ ਜ਼ਮੀਨ ਰੱਖੋ, ਪਰ ਆਪਣੀ ਜ਼ਮੀਨ ਦਾ ਇੱਕ ਕਿਆਰਾ, ਇੱਕ ਕਨਾਲ, ਇੱਕ ਕਿੱਲਾ ਜਾਂ ਜਿੰਨੀ ਤੁਹਾਡੀ ਪੁੱਜਤ ਪੈਂਦੀ ਹੈ। ਪ੍ਰਵਾਸੀ ਵੀਰੋ, ਸਾਡੇ ਤੇ ਇਹ ਦੋਸ਼ ਲੱਗਦਾ ਹੈ ਕਿ ਅਸੀਂ ਥੋੜ੍ਹੇ ਜਿਹੇ ਪੈਸਿਆਂ ਦੀ ਖਾਤਰ ਝੋਨਾ ਬਜਾਇਆ ਆਪਣੀਆਂ ਜ਼ਮੀਨਾਂ 'ਚ। ਸਾਡੀ ਪੀੜ੍ਹੀ ਨੂੰ ਪਾਣੀ ਚੋਰ ਕਹਿਣਗੇ ਲੋਕ ਜੀ। ਅਸੀਂ ਉਹਨਾਂ ਲੋਕਾਂ ਦਾ ਪਾਣੀ ਭਵਿੱਖ ਦਾ
ਅਸੀਂ ਪਤਾਲ ਦਾ ਪਾਣੀ ਪੀ ਰਹੇ ਹਾਂ ਚੰਦ ਡਾਲਰਾਂ ਖਾਤਰ, ਚੰਦ ਰੁਪਈਆਂ ਦੀ ਖਾਤਰ। ਫਿਰ ਅੱਜ ਇਹ ਸ਼ੁਰੂਆਤ ਜਦੋਂ ਹੋਈ ਹੈ ਕਿ ਤੁਸੀਂ ਜ਼ਮੀਨ ਵੀ ਤੁਹਾਡੇ ਨਾਂ ਤੇ ਰੱਖੋ, ਉੱਥੇ ਕੀ ਕਰਨਾ ਹੈ? ਉੱਥੇ ਆਪਣੇ ਰਵਾਇਤੀ ਦਰਖਤ ਜਿਹੜੇ ਹੈ ਨਾ ਹਿੰਦੁਸਤਾਨ ਦੇ, ਪੁਰਾਣੇ ਦਰਖਤ ਜਿਹੜੇ ਹਿੰਦੁਸਤਾਨ ਦੇ, ਔਰ ਉਹ ਵੀ GM ਨਹੀਂ, ਓਰੀਜਨਲ ਦਰਖਤ। ਮੈਂ ਤੁਹਾਨੂੰ ਦੱਸਦਾ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਇੱਕ ਬੇਰੀ ਖੜੀ ਹੈ, ਦੁੱਖ ਪੰਜਨੀ ਬੇਰੀ। ਵਾਹ ਜੀ ਵਾਹ। ਦੁੱਖ ਕਹਿੰਦੇ ਸੁਣਿਆ ਇਤਿਹਾਸ 'ਚ ਵੀ ਕਾਲੇ ਕਾਂ ਚਿੱਟੇ ਹੋ ਕੇ ਨਿਕਲਦੇ। ਤੇ ਇੱਕ ਬੀਬੀ ਰਜਨੀ ਦੀ ਕਥਾ ਵੀ ਸੁਣੀ ਹੋਣੀ ਹੈ। ਹਾਂਜੀ ਹਾਂਜੀ। ਵੀ ਉਹਦੇ ਘਰ ਵਾਲਾ ਲੂਲਾ ਲੰਗੜਾ ਸੀ, ਉਹ ਪੂਰਨ ਮਨੁੱਖ ਬਣ ਗਿਆ, ਟੁੱਬੀ ਮਾਰ ਕੇ ਪਛਾਣਿਆ ਨਹੀਂ। ਜੇ ਸੱਚੇ ਦਿਲੋਂ ਤੇ ਸੱਚੀ ਸ਼ਰਧਾ ਨਾਲ ਜੇ ਅਸੀਂ ਧਰਤੀ ਨੂੰ ਬਚਾਉਣਾ। ਮੈਂ ਕਹਿੰਦਾ ਦੁੱਖ ਪੰਜਨੀ ਬੇਰੀ ਦਾ 550 ਸਾਲ ਪੁਰਾਣਾ ਸਾਡਾ ਰਵਾਇਤੀ ਦਰਖਤ ਖੜਾ ਹੈ, ਉਹਦੀਆਂ ਗਿਟਕਾਂ ਬੇਰ ਲਿਆ ਕੇ ਆਪਣੇ ਖੇਤਾਂ 'ਚ ਲਾ ਦਿਓ। 10ਵੇਂ ਪਾਤਸ਼ਾਹ ਜੀ ਨਾ ਇੱਕ ਗੁਰਦੁਆਰੇ, ਸ਼ਾਇਦ ਉਹਨਾਂ ਦਾ ਨਾਮ ਅੰਬ ਸਾਹਿਬ ਹੈ, ਉਸ ਸਮੇਂ ਦੇ ਉੱਥੇ ਅੰਬ ਲੱਗੇ ਖੜੇ ਹੈ। ਇੱਦੋਂ ਸ਼ੁੱਧ ਬੀਜ ਸਾਨੂੰ ਕਿੱਥੇ ਮਿਲਣਾ? ਆ ਗੁਰਦੁਆਰਾ ਮੁਕਤਸਰ ਸਾਹਿਬ ਜਿਹਨੂੰ ਖਦਰਾਣੇ ਕੀ ਢਾਬ ਕਹਿੰਦੇ ਸੀ, ਉੱਥੇ ਇੱਕ ਵਣ ਖੜਾ ਹੈ ਔਰ 350 ਸਾਲ ਪੁਰਾਣਾ ਵਣ ਹੈ। ਉਸ ਵਣ ਦੇ ਜਿਹੜੇ ਸੀਡ ਨੇ, ਉਸ ਵਣ ਦੇ ਬੀਜ ਵੀ ਲਿਆ ਕੇ ਅਸੀਂ, ਸਾਡੇ ਕੋਲੇ ਇਹ ਰਵਾਇਤੀ ਚੀਜ਼ਾਂ ਸਾਂਭੀਆਂ ਪਈਆਂ। ਸਾਡੀ ਕਿੱਕਰ, ਸਾਡਾ ਨਿੰਮ ਜੀ, ਸਾਡੀਆਂ ਚਿੜੀਆਂ, ਕੋਈ ਤਰਵੈਣੀਆਂ ਲਾ ਲਓ। ਕੁਛ ਦਰਖਤਾਂ ਦੀ ਜਿਹੜੀ ਉਤਪਤੀ ਹੈ ਨਾ, ਉਹਦਾ ਇੱਕ ਤਰੀਕਾ ਸੀ। ਕੁਝ ਤਾਂ ਸੀਡ ਤੋਂ ਪੈਦਾ ਹੁੰਦੇ ਹੈ, ਕੁਝ ਹਵਾ ਰਾਹੀਂ ਖਿਲਰਦੇ ਹੈ, ਔਰ ਕੁਝ ਦਰਖਤਾਂ ਦੀ ਉਤਪਤੀ ਸਿਰਫ ਤੇ ਸਿਰਫ ਦਸਾਂਝ ਸਾਹਿਬ ਜੀ ਉਹ ਹੁੰਦੀ ਹੈ ਕਿ ਪੰਛੀ ਉਹਨਾਂ ਦਾ ਜਦੋਂ ਫਲ ਖਾਂਦੇ ਨਾ, ਜਿਵੇਂ ਬੋਹੜ ਦੇ ਪੰਛੀ ਬਾਟੀਆਂ ਖਾਂਦੇ ਜਦੋਂ, ਤੇ ਜਿੱਥੇ ਬਿੱਠ ਹੁੰਦੀ ਹੈ ਦਰਖਤ ਬੋਹੜ ਦਾ, ਉੱਥੇ ਉੱਗਰਦਾ ਹੈ। ਤੁਸੀਂ ਦੇਖਿਆ ਹੋਣਾ ਕਈ ਉੱਚੀਆਂ ਇਮਾਰਤਾਂ 'ਚ ਪਿੱਪਲ ਤੇ ਬੋਹੜ ਦੇ ਦਰਖਤ ਖੜੇ ਹੁੰਦੇ ਆ। ਸੋ ਪੰਜਾਬ ਉਹਨਾਂ ਥਾਵਾਂ ਤੇ ਤਰਵੈਣੀਆਂ ਲਾਓ, ਉਹਨਾਂ ਥਾਵਾਂ ਤੇ ਫਰੂਟ ਲਾਓ, ਉਹਨਾਂ ਥਾਵਾਂ ਤੇ ਸਬਜ਼ੀਆਂ ਲਾਓ, ਉਹਨਾਂ ਥਾਵਾਂ ਤੇ ਬਿਨਾਂ ਰੇਹ ਸਪਰੇ ਦੀ ਖੇਤੀ ਕਰੋ। ਜੇ ਤੁਸੀਂ ਨਹੀਂ ਕੁਝ ਕਰਨਾ ਤਾਂ ਘੱਟੋ ਘੱਟ ਉਹ ਪੰਛੀਆਂ, ਪੌਦਿਆਂ, ਤਿਤਲੀਆਂ, ਸ਼ਹਿਦ ਦੀਆਂ ਮੱਖੀਆਂ ਤੇ ਹੋਰ ਬਟੇਰਿਆਂ। ਆਪਾਂ ਸ਼ੁਰੂਆਤ ਕੀਤੀ ਤੇ ਮਨਦੀਪ ਸਿੰਘ ਗਿੱਲ ਹੁਣੀ ਵੀ ਲਾਈਨ ਤੇ ਨੇ। ਮਨਦੀਪ ਗਿੱਲ ਜੀ ਵੀ ਦੂਜੇ ਬੰਦੇ ਸੀ ਜਿਨ੍ਹਾਂ ਨੇ ਕਾਲ ਕੀਤੀ। ਬਹੁਤ ਇਹ ਚੰਗੀ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਨਾਂ ਨੂੰ ਜੀ ਸਰਜੀਤ ਸਿੰਘ ਚਵੇਲ ਵਾਲੀ ਨੇ, ਮੈਂ ਬੌਬ ਦਸਾਂਝ ਤੇ ਨਾਲ ਰਾਮ ਪਵਾਰ ਜੀ ਬੈਠੇ ਨੇ, ਜਿਹੜੀ ਸ਼ੁਰੂਆਤ ਕੀਤੀ ਹੈ ਤੇ ਤੁਸੀਂ ਵੀ ਇਸ ਵਿੱਚ ਹਿੱਸਾ ਪਾ ਰਹੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਇਹ ਆਪਣਾ ਮੈਨੂੰ ਲੱਗਦਾ ਫਰਜ਼ ਬਣਦਾ, ਜੇਕਰ ਸੱਚਮੁੱਚ ਤੁਸੀਂ ਆਪਣੇ ਪੰਜਾਬ ਨੂੰ ਪਿਆਰ ਕਰਦੇ ਹਾਂ ਤਾਂ ਅਸੀਂ ਚਾਹਾਂਗੇ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਉੱਥੇ ਖੁਸ਼ਹਾਲ ਇਨਵਾਇਰਮੈਂਟ ਜਿਹੜਾ ਅਸੀਂ ਮਾਣਿਆ ਆਪਣੇ ਬਚਪਨ, ਤੇ ਆਉਣ ਵਾਲੇ ਦਿਨਾਂ 'ਚ ਉਦੋਂ ਵੀ ਬੈਟਰ ਉਹਨਾਂ ਨੂੰ ਦੇ ਸਕੀਏ। ਕਿਉਂਕਿ ਜਿਹੜੀ ਸਹੂਲਤਾਂ ਮਹਾਰਾਜ ਨੇ ਸਾਨੂੰ ਬਖਸ਼ੀਆਂ ਨੇ, ਹੋ ਸਕਦਾ ਸਭ ਤੋਂ ਪਹਿਲੀਆਂ ਪੀੜ੍ਹੀਆਂ ਨੇ ਉਹਦੇ ਲਈ ਬੇਹੱਦ ਸਟਰਗਲ ਕੀਤੀ ਹੈ ਸਾਡੇ ਲਈ, ਤਾਂ ਜਿੱਥੇ ਅਸੀਂ ਅੱਜ ਪਹੁੰਚੇ ਹਾਂ ਉੱਥੇ ਉਹਨਾਂ ਬਜ਼ੁਰਗਾਂ ਦੇ ਸੰਘਰਸ਼ ਨੂੰ ਸਮਰਪਿਤ ਹੋਈਏ। ਤੇ ਮੈਂ ਇੱਕ ਦਿਨ ਇਸੇ ਵਿਸ਼ੇ ਤੇ ਭਾਈ ਜੀ ਚਵੇਲ ਵਾਲੀ ਨਾਲ ਵੀ ਗੱਲਬਾਤ ਕਰ ਰਿਹਾ ਸੀ, ਤੇ ਸਾਡੇ ਆਪਣੇ ਖੇਤਾਂ ਦੇ ਵਿੱਚ ਬਾਗ ਹੋਇਆ ਕਰਦੇ ਸੀ। ਅਸੀਂ ਅੱਜ ਤੱਕ ਉਹਨਾਂ ਦੇ ਨਾਂ ਖੇਤਾਂ ਦੇ ਬੂਟਿਆਂ ਵਾਲਾ ਰੱਖਿਆ ਹੋਇਆ, ਤੇ ਭਾਵੇਂ ਕਿ ਉਹ ਸਾਡੇ ਬਚਪਨ 'ਚ ਹੀ ਜਦੋਂ ਚੌਲ ਦਾ ਜ਼ਮਾਨਾ ਆਇਆ ਤਾਂ ਉਹ ਬਾਗ ਉਜੜ ਗਏ ਤੇ ਝੋਨੇ ਨੇ ਉਹ ਲੈ ਲਈ ਥਾਂ। ਹੁਣ ਮੈਨੂੰ ਲੱਗਦਾ ਕਿ ਸਾਨੂੰ ਫਿਰ ਉਸ ਪਾਸੇ ਨੂੰ ਮੁੜਨਾ ਚਾਹੀਦਾ ਕਿ ਜਿੱਥੇ ਪਿੱਪਲ ਔਰ ਬੋਹੜ, ਇਹਨਾਂ ਤਰਵੈਣੀਆਂ ਦੀ ਲੋੜ ਆ, ਕਿੱਕਰਾਂ ਦੀ ਲੋੜ ਆ ਤੇ ਨਿੰਮਾਂ ਦੀ ਲੋੜ ਆ, ਤੇ ਉੱਥੇ ਸਾਨੂੰ ਆਪਣੀਆਂ ਬਣਦੇ ਸਕਦੇ। ਨਾ ਸਿਰਫ ਮੈਂ ਆਪਣੇ ਵੱਲੋਂ ਹੀ, ਬਲਕਿ ਮੇਰੇ ਪਿੰਡ ਦੇ ਹੋਰ ਵੀ ਬੜੇ ਸੁਸ਼ੀਲ ਨੌਜਵਾਨ ਨੇ, ਬਾਈ ਜੀ ਟੈਂਕ ਹੋਣੀ ਨੇ ਦੂਰ ਬੈਠੇ, ਉਹਨਾਂ ਨੇ ਮੈਨੂੰ ਕਿੰਨੀ ਵਾਰੀ ਕਿਹਾ ਅਸੀਂ ਸਗੋਂ ਇਹ ਕੋਈ ਪਲੇਟਫਾਰਮ ਲੱਭਦੇ ਫਿਰਦੇ ਸੀ ਕਿ ਜਿੱਥੇ ਆਪਾਂ ਬਣਦਾ ਸਰਦਾ ਯੋਗਦਾਨ ਵੀ ਪਾ ਸਕੀਏ, ਔਰ ਨਾਲ ਦੀ ਨਾਲ ਹੋਰਾਂ ਲਈ ਵੀ ਇੱਕ ਜਿਵੇਂ ਕਹ ਲਈ ਉਹ ਸੇਧ ਬਣ ਜਾਂਦੀ ਹੈ, ਰਾਹ ਬਣ ਜਾਂਦਾ, ਤੇ ਸਾਰੇ ਉਸ ਪਾਸੇ ਆਪਣੇ ਆਪ ਹੀ ਚੱਲ ਪੈਂਦੇ। ਘੱਟੋ ਘੱਟ ਮੈਨੂੰ ਆਸ ਮੇਰੇ ਪਿੰਡ 'ਚੋਂ 5 ਨੌਜਵਾਨ ਜ਼ਰੂਰ ਆਪੋ ਆਪਣੀ ਜ਼ਮੀਨ ਦੇ ਵਿੱਚੋਂ ਹਿੱਸਾ ਦੇਣਗੇ, ਔਰ ਘੱਟੋ ਘੱਟ ਇੱਕ ਵਿਗਾ ਅਸੀਂ ਇਸ ਲਈ ਆਤਮਾ ਰੱਖ ਰਹੇ ਹਾਂ। ਤੇ ਬਾਕੀ ਜਿਹੜੀਆਂ ਸਾਡੀਆਂ ਸਾਂਝੀਆਂ ਸ਼ਾਮਲਾਟਾਂ ਪਈਆਂ ਨੇ ਉਹਨਾਂ ਦੇ ਅਸੀਂ ਪੰਚਾਇਤ ਨੇ ਉਹਦੇ ਨਾਲ ਪੰਚਾਇਤਾਂ ਵੀ ਸਹਿਯੋਗ ਕਰ ਰਹੀਆਂ ਨੇ। ਮਨਦੀਪ ਸਿੰਘ ਜੀ, ਬਿਲਕੁਲ ਗੱਲ ਤੁਹਾਡੀ ਸਹੀ ਹੈ ਕਿ ਸਾਡੇ ਪਿੰਡ ਵੀ ਬਾਗ ਹੁੰਦਾ ਸੀ ਧਰਮ ਸਿੰਘ ਹੋਣਾ ਦਾ। ਉਹ ਧਰਮ ਸਿੰਘ ਹੋਣਾ ਦਾ ਨਾਂ ਹੀ ਇਹ ਲੱਗਦਾ ਸੀ ਕਿ ਬਾਗ ਵਾਲਿਆਂ ਦੇ ਜਾਣਾ, ਬਟ ਹੁਣ ਬਾਗ ਉੱਥੇ ਨਹੀਂ ਹੈ ਜੀ। ਨਹੀਂ, ਇਹ ਦੁਰਭਾਗ ਰਿਹਾ ਸਾਡਾ ਜੀ। ਪਰ ਸਾਨੂੰ ਮੈਨੂੰ ਲੱਗਦਾ ਵੀ ਇਹ ਬਾਗਾਂ ਦੀ ਧਰਤੀ ਦੁਆਰਾ ਅੰਬਾਂ ਦੀ ਧਰਤੀ ਹਾਂਜੀ ਬਣਾਉਣੀ ਚਾਹੀਦੀ ਹੈ। ਤੇ ਸਾਡੇ ਬਜ਼ੁਰਗਾਂ ਦੇ ਲਾਏ ਹੋਏ ਬੂਟੇ, ਮੇਰੇ ਪਾਪਾ ਨੂੰ ਬਹੁਤ ਸ਼ੌਕ ਸੀਗਾ ਜੀ, ਉਹ ਅੱਜ ਵੀ ਉਹ ਆਲੇ ਦੁਆਲੇ ਖੇਤਾਂ 'ਚ ਕਿਤੇ ਵੀ ਨਿਸ਼ਾਨੀ ਹੈ, ਉਹ ਸਾਰੀ ਉਹਦੇ ਥੱਲੇ ਤੱਕ ਪੁੱਛ ਤੇ ਆ ਕੇ ਬਹਿੰਦੇ, ਤੇ ਸਾਨੂੰ ਮਾਣ ਮਹਿਸੂਸ ਇਸ ਗੱਲ ਦੀ ਫੀਲਿੰਗ ਅਸੀਂ ਅੱਜ ਵੀ ਲੱਗਦਾ ਵੀ ਜਿਵੇਂ ਉਹ ਇੱਥੇ ਹੀ ਹੁੰਦੇ ਆਸੇ ਪਾਸੇ, ਤੇ ਉਹਨਾਂ ਦੀਆਂ ਅਸੀਂ ਯਾਦਾਂ ਉੱਥੇ ਬੈਠ ਕੇ ਅਕਸਰ ਤਾਜ਼ੀਆਂ ਕਰਦੇ ਹਾਂ। ਜਦੋਂ ਵੀ ਬੱਚਿਆਂ ਨੂੰ ਲੈ ਕੇ ਜਾਈਦਾ ਤਾਂ ਉੱਥੇ ਬਹਿ ਕੇ ਆਈਦਾ ਜੀ। ਵਾਹ ਜੀ।
ਸੁਰਜੀਤ ਸਿੰਘ ਜੀ ਹਾਂਜੀ। ਬਾਈ ਮਨਦੀਪ ਸਿੰਘ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਲਵੇਜ਼ ਚੰਗੇ ਕਾਜ਼ ਨਾਲ ਖੜਦੇ ਰਹੇ ਹੋ। ਤੇ ਅੱਜ ਜਿਹੜੇ ਤੁਸੀਂ 5 ਤੁਹਾਡੇ ਬੰਦਿਆਂ ਵੱਲੋਂ 5 ਵਿੱਘੇ ਆਪਣੇ ਪਿੰਡ 'ਚ, ਇਹਨਾਂ ਦਾ ਪਿੰਡ ਕਿਹੜਾ ਜੀ? ਕਾਲਖਾ ਜੀ, ਲੁਧਿਆਣਾ ਜ਼ਿਲ੍ਹੇ 'ਚ। ਕਾਲਖ ਪਿੰਡ ਲੁਧਿਆਣੇ ਜ਼ਿਲ੍ਹੇ ਦਾ ਮਨਦੀਪ ਸਿੰਘ ਗਿੱਲ, ਉਹ ਆਪਣੇ 5 ਸਾਥੀਆਂ ਸਮੇਤ ਧਰਤੀ, ਪਾਣੀ ਤੇ ਆਕਾਸ਼ ਨੂੰ ਸਾਖੀ ਮੰਨ ਕੇ ਅੱਜ ਇਹ ਬਿਆਨ ਕਰਦਾ ਹੈ ਤੇ ਦਾਅਵਾ ਕਰਦਾ, ਪ੍ਰਤਿੱਗਿਆ ਕਰਦਾ ਮਨਦੀਪ ਸਿੰਘ ਕਿ ਮੈਂ ਅੱਜ ਗੁਰੂ ਨਾਨਕ ਮਹਾਰਾਜ ਦੇ ਜਨਮ 551ਵੇਂ ਸਾਲ ਤੇ ਅੱਜ ਮੈਂ ਇਹ 5 ਵਿੱਘੇ ਜ਼ਮੀਨ ਉੱਥੇ ਸੁਧਾਰਨ ਦਾ ਯਤਨ ਕਰੂੰਗਾ। ਮੈਨੂੰ ਕੁਛ ਵੀ ਹੋ ਜੇ, ਮੈਂ ਰੇਹ ਨਹੀਂ ਪਾਊਂਗਾ, ਸਪਰੇਅ ਨਹੀਂ ਕਰੂੰਗਾ। ਉਹ ਧਰਤੀ ਦੇ ਵਿੱਚ ਗੰਡੋਏ ਪੈਦਾ ਹੋਣਗੇ, ਪੋਲੀਨੇਟਰ ਪੈਦਾ ਹੋਣਗੇ। ਉਹ ਧਰਤੀ ਜੀਵਾਂ ਦੀ ਰੱਖਿਆ ਦਾ, ਜਿਵੇਂ ਅਸੀਂ ਕਿਹਾ ਸੀ ਨਾ ਸ਼ੁਰੂ 'ਚ ਵੀ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਅੱਜ ਸਾਨੂੰ ਮਨਦੀਪ ਸਿੰਘ ਵਰਗੇ, ਰਾਮਪਾਲ ਸਿੰਘ ਗੁੱਜਰ ਵਰਗੇ ਹੋਰ ਲੋਕਾਂ ਦੀ ਲੋੜ ਹੈ। ਮੈਂ ਹੋਰ ਵੀ ਸਾਨੂੰ ਕਾਲਾਂ ਆਉਣਗੀਆਂ, ਅਸੀਂ ਇੱਕ ਲਿਸਟ ਬਣਾਵਾਂਗੇ ਕਿ ਜਿਹੜੇ ਜਿਹੜੇ ਬੰਦੇ ਇਹ ਆਪਣੀ ਧਰਤੀ ਲਈ, ਆਪਣੇ ਪਾਣੀ ਲਈ, ਆਪਣੇ ਕਲਚਰ ਲਈ, ਸੱਭਿਆਚਾਰ ਲਈ, ਮਾਂ ਬੋਲੀ ਲਈ ਕੁਝ ਵੀ ਯਤਨ ਕਰਨ, ਉਹਨਾਂ ਦਾ ਇਤਿਹਾਸ 'ਚ ਇੱਕ ਨਾਂ ਬਣੂਗਾ। ਪਿਛਲੇ 40 ਸਾਲ ਤੋਂ ਬਰਬਾਦੀ ਹੋ ਰਹੀ ਸੀ, ਅੱਜ ਇੱਕ ਦਿਨ ਦੀ ਸ਼ੁਰੂਆਤ ਹੋਈ ਹੈ। ਮੈਂ ਇਸ ਤੇ ਭਾਈ ਮਨਦੀਪ ਨੂੰ, ਰਾਮ ਸਿੰਘ ਗੁੱਜਰ ਨੂੰ, ਤੁਹਾਨੂੰ ਭਾਈ ਸ਼ਮਸ਼ੇਰ ਨੂੰ ਮੈਂ ਆਪਣੇ ਦਿਲੋਂ ਇਸ ਗੱਲ ਤੇ ਵਧਾਈ ਦਿੰਦਾ ਕਿ ਅਸੀਂ ਇਸ ਗੱਲ ਦੇ ਗਵਾਹ ਹੋਵਾਂਗੇ। ਵਾਹ ਵਾਹ। ਪਿਛਲੇ ਸਾਲ ਵੀ ਜੀ ਜਦੋਂ 500 ਸਾਲਾਂ ਤੇ ਗੁਰੂ ਮਹਾਰਾਜ ਦੇ 500 ਰੁੱਖ ਵੰਡੇ ਆ ਸਰਕਾਰਾਂ ਨੇ ਵੀ, ਤੇ ਸਾਡੀ ਪੰਚਾਇਤ ਨੇ ਘੱਟੋ ਘੱਟ 5000 ਰੁੱਖ ਲਵਾਏ ਜੀ। ਉੱਥੇ ਸਾਰਿਆਂ ਨੇ ਇੱਥੇ ਕੰਟਰੀਬਿਊਟ ਕੀਤਾ ਸੀ ਉਦੋਂ ਵੀ ਸਾਂਝੀਆਂ ਥਾਵਾਂ ਤੇ ਲਾਉਣ ਲਈ। ਪਰ ਕੁਝ ਗੱਲਾਂ 'ਚ ਸਾਨੂੰ ਆਪਾਂ ਨੂੰ ਤਜਰਬੇ ਕਰਨ ਤੋਂ ਬਾਅਦ ਪਤਾ ਲੱਗਦਾ ਜਿਹੜੀ ਗੱਲ ਮਨਦੀਪ ਸਿੰਘ ਨੇ ਪੰਚਾਇਤਾਂ ਨੂੰ ਜਾਂ ਹੋਰ ਨੇ ਉਹ ਸੇਫ ਨਹੀਂ ਹੈਗੇ। ਉਹਦਾ ਕਾਰਨ ਇਹ ਆ ਕਿ ਉੱਥੇ ਅਵਾਰਾ ਡੰਗਰ ਜਿਹੜੇ ਆ ਉਹ ਚੱਲ ਜਾਂਦੇ ਆ ਜ਼ਿਆਦਾ। ਇਸ ਕਰਕੇ ਆਪਾਂ ਆਪਣੇ ਖੇਤਾਂ 'ਚ ਲਾਈਏ ਤੇ ਜ਼ਿਆਦਾ ਬਿਹਤਰ ਆ, ਹੋਰ ਵੀ ਵਧੀਆ ਲੱਗੂਗਾ। ਤੇ ਖਾਸ ਕਰਕੇ ਜਿਹੜੇ ਜਿਸ ਤਰ੍ਹਾਂ ਤੁਸੀਂ ਆਹ ਇੱਕ ਹੋਰ ਬੜਾ ਵਧੀਆ ਰਿਵਾਜ ਹੈ, ਮੈਨੂੰ ਚੰਗਾ ਲੱਗਿਆ ਜੀ, ਮੈਂ ਤੁਹਾਡੇ ਨਾਲ ਸਾਂਝ ਪਾਉਣੀ ਚਾਹੂੰਗਾ ਤੇ ਦੇਸੀ ਰਿਓ ਨਾਲ ਹੀ ਅੱਜ ਕੱਲ੍ਹ ਲੋਕ ਆਪੋ ਆਪਣੇ ਕਿਚਨ ਗਾਰਡਨ ਤਿਆਰ ਕਰ ਰਹੇ ਨੇ। ਤਕਰੀਬਨ ਇਹ ਅਵੇਅਰਨੈਸ ਪੜ੍ਹੇ ਲਿਖਿਆਂ ਤੋਂ ਸ਼ੁਰੂ ਹੋ ਕੇ ਜਾਂ ਕਹਿ ਲਓ ਜਿਹੜੇ ਬਿਮਾਰੀਆਂ ਦਾ ਅੰਤ ਸਿਰਾ ਹੋ ਚੁੱਕਿਆ ਪੰਜਾਬ ਦੇ ਵਿੱਚ, ਉਹ ਇੱਧਰ ਨੂੰ ਮੁੜ ਚੁੱਕੇ ਨੇ ਆਲਰੇਡੀ। ਵੱਡੇ ਘਰ ਵਾਲੇ ਦਾ ਤਕਰੀਬਨ ਕਈ ਸਾਲਾਂ ਦੇ ਲਾ ਰਹੇ ਨੇ, ਪਰ ਹੁਣ ਛੋਟਾ ਕਿਸਾਨ ਵੀ ਆਪਣੇ ਆਪਣੇ ਖੇਤ ਦੇ ਵਿੱਚ ਇੱਕ ਇੱਕ ਕਿਆਰਾ ਜ਼ਰੂਰ ਰੱਖ ਰਿਹਾ। ਮੈਂ ਦੇਖ ਕੇ ਹੈਰਾਨ ਵੀ ਸੀ, ਖੁਸ਼ ਵੀ ਸੀ। ਮੇਰੇ ਆਪਣੇ ਬ੍ਰਦਰ ਹੁਣ ਦੋਹਾਂ ਨੇ ਲਾਏ ਹੋਏ ਨੇ ਤੇ ਆਪੋ ਆਪਣੀ ਖੇਤੀ ਤੇ ਛੋਟੀ ਛੋਟੀ ਉਹਦੇ 'ਚ ਤਕਰੀਬਨ ਬਹੁਤੀਆਂ ਸਬਜ਼ੀਆਂ ਆਪਣੀਆਂ ਆਪ ਹੋਗਾ ਵੀ ਆਪ ਖਾਂਦੇ। ਮਨਦੀਪ ਸਿੰਘ ਜੀ, ਥੈਂਕ ਯੂ ਸੋ ਮਚ। ਆਪਣੇ ਵੱਲੋਂ ਬਾਕੀ ਸੰਗਤਾਂ ਨੂੰ ਤੁਸੀਂ ਕੀ ਬੇਨਤੀ ਕਰਨੀ ਚਾਹੁੰਦੇ? ਜਿਹੜੀ ਮੁਹਿੰਮ ਆਪਾਂ ਇਹ ਸ਼ੁਰੂ ਕੀਤੀ ਤੁਹਾਡੇ ਤੋਂ, ਰਾਮ ਪਰਿਵਾਰ ਹੋਣਾ ਤੋਂ ਸ਼ੁਰੂਆਤ ਹੋਈ ਆ, ਤੇ ਅਸੀਂ ਬਾਕੀ ਲੋਕਾਂ ਨੂੰ ਬੇਨਤੀ ਕਰੀਏ ਕਿ ਆਓ ਆਪਾਂ ਪੰਜਾਬ ਨੂੰ ਬਚਾਈਏ। ਜੇ 40 ਸਾਲ ਦੇ ਵਿੱਚ ਜੋ ਅਸੀਂ ਜ਼ਹਿਰ ਉੱਥੇ ਉਗਾਲਿਆ ਉਹ ਅੱਜ ਅਸੀਂ ਭੁਗਤ ਰਹੇ ਹਾਂ, ਤੇ ਆਓ ਕਿਤੇ ਨਾ ਕਿਤੇ ਆਪਾਂ ਸ਼ੁਰੂਆਤ ਕਰੀਏ ਤਾਂ ਕਿ ਪੰਜਾਬ ਨੂੰ ਬਚਾ ਸਕੀਏ। ਮੈਨੂੰ ਲੱਗਦਾ ਜੀ ਇਹ ਬਹੁਤ ਵਧੀਆ ਮੌਕਾ ਜਦੋਂ ਸਾਰਾ ਗਲੋਬਲ ਪੰਜਾਬ ਇਸ ਸਮੇਂ ਸਿਰ ਜੋੜ ਕੇ ਬੈਠਾ ਹੋਇਆ। ਭਾਵੇਂ ਅਸੀਂ ਇੱਕ ਮੁੱਦੇ ਤੇ ਵੱਖਰੇ ਤੇ ਮੋਰਚੇ ਲਾਏ ਹੋਏ ਨੇ, ਪਰ ਉਹਦੇ ਨਾਲ ਨਾਲ ਕਿਤੇ ਨਾ ਕਿਤੇ ਇਹ ਚੰਗੀਆਂ ਗੱਲਾਂ ਵੀ ਆਪਣੇ ਪਿੰਡ ਪੱਲੇ ਬੰਨ੍ਹ ਕੇ ਲੈ ਕੇ ਆਈਏ। ਨੌਜਵਾਨ ਜਿਹੜੇ ਉੱਠੇ ਨੇ, ਤੁਰੇ ਨੇ ਜੋਸ਼ ਨਾਲ, ਤੇ ਇਹਨਾਂ ਨੂੰ ਨਾਲ ਦੀ ਨਾਲ ਜੇਕਰ ਚੰਗੇ ਵਿਚਾਰ, ਇਹੋ ਜਿਹੀ ਕ੍ਰਾਂਤੀਕਾਰੀ ਗੱਲਾਂ ਜਿਹੜੀਆਂ ਸਾਡੇ ਹੱਥ ਅਸੀਂ ਆਪ ਕਰ ਸਕਦੇ ਹਾਂ, ਉਹਦੇ ਨਾਲ ਜਿਹੜੇ ਪਿਛਲੇ ਨੁਕਸਾਨ ਹੋਏ ਨੇ ਉਹਨਾਂ ਦੀ ਭਰਪਾਈ ਵੀ ਕੀਤੀ ਜਾਊਗੀ ਤੇ ਆਉਣ ਵਾਲੇ ਸਮੇਂ ਲਈ ਇੱਕ ਸੋਹਣਾ ਹਰਿਆ ਭਰਿਆ ਖਿੜਿਆ ਹੋਇਆ ਪੰਜਾਬ ਦੀ ਅਸੀਂ ਸਿਰਜਣ 'ਚ ਆਪਣਾ ਯੋਗਦਾਨ ਪਾ ਸਕਦੇ। ਮਨਦੀਪ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਆਉਣ ਦਿਨਾਂ 'ਚ ਆਪਣੀ ਫਿਰ ਗੱਲਬਾਤ ਹੋਏਗੀ ਇਸ ਮੁਹਿੰਮ ਦੇ ਉੱਤੇ। ਆਪਾਂ ਸ਼ੁਰੂਆਤ ਕਰੀਏ, ਜੇ ਹੋ ਸਕਿਆ ਤੁਹਾਡੇ ਕੋਲ ਸਮਾਂ ਹੈ ਤਾਂ ਅਗਲੇ ਐਤਵਾਰ ਨੂੰ ਤੁਸੀਂ ਸਟੂਡੀਓ ਆਓ, ਤੁਹਾਡੇ ਨਾਲ ਖੁੱਲੀਆਂ ਗੱਲਾਂ ਬਾਤਾਂ ਕਰਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਇਹ ਸਨ ਮਨਦੀਪ ਸਿੰਘ ਗਿੱਲ ਹੁਣੀ। ਦੇਖੋ ਜੀ, ਉਹਨੇ ਸ਼ੁਰੂਆਤ ਕੀਤੀ, ਉਹਨੇ ਹੋਰ ਲੋਕਾਂ ਨੂੰ ਕਿੰਨਿਆਂ ਨੂੰ ਦੱਸਣਾ, ਤੇ ਅੱਗੇ ਤੋਂ ਅੱਗੇ ਇਹ ਕਾਫਲਾ ਵੱਡਾ ਹੁੰਦਾ ਜਾਏਗਾ। ਰਾਮ ਪਰਿਵਾਰ ਜੀ, ਇੱਕ ਵਾਰੀ ਫਿਰ ਤੁਹਾਡਾ ਜਿਹੜਾ ਨਾ, ਦੇਖੋ ਅੱਜ ਕਿਸਾਨ ਅੰਦੋਲਨ ਜਦੋਂ ਸ਼ੁਰੂਆਤ ਹੋਈ ਉਸ ਦੇ ਵਿੱਚ ਵੀ ਹਰਿਆਣੇ ਦਾ ਪੂਰਾ ਯੋਗਦਾਨ ਹੈ, ਕਿਉਂਕਿ ਉਹ ਅੰਦੋਲਨ ਕਿੱਥੇ ਕਿੱਥੇ ਚਲੇ ਗਿਆ ਹੈ ਨਾ। ਤੇ ਇਸੇ ਤਰ੍ਹਾਂ ਤੁਸੀਂ ਸ਼ੁਰੂਆਤ ਕੀਤੀ ਆ, ਤੁਹਾਡਾ ਅਸੀਂ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ ਕਰਦੇ। ਅੰਦੋਲਨ ਦਾ ਕੀ ਹੈ ਜੀ, ਹਰ ਅੰਦੋਲਨ ਤੋਂ ਨਾ ਮਾੜੀ ਚੀਜ਼ਾਂ ਤਾਂ ਹੁੰਦੀਆਂ, ਪਰ ਇਸ ਅੰਦੋਲਨ ਚੰਗੀ ਚੀਜ਼ਾਂ ਵੀ ਬੜੀ ਆਈਆਂ ਜੀ। ਇਸ ਅੰਦੋਲਨ 'ਚ ਮੈਨੂੰ ਸਭ ਤੋਂ ਪਹਿਲਾਂ ਆਪਣੇ ਸੱਭਿਆਚਾਰ ਦੀ ਝਲਕ ਦਿਖੀ ਜੀ। ਜਦ ਹਰਿਆਣਾ ਦੀ ਟੀਮ ਨੇ ਕਿਹਾ ਸੀਗਾ ਵੀ ਅਸੀਂ ਅੱਗੇ ਰਹੂੰਗੇ, ਪੰਜਾਬ ਬੜਾ ਭਾਈ ਹੈ, ਵੀ ਉਹ ਪਿੱਛੇ ਰਹੂੰਗੇ, ਵੀ ਬੈਰੀਕੇਡਸ ਅਸੀਂ ਤੋੜੂਗੇ, ਪੁਲਿਸ ਦੇ ਡੰਡੇ ਅਸੀਂ ਖਾਵਾਂਗੇ, ਕਿਉਂਕਿ ਸਾਡਾ ਸੱਭਿਆਚਾਰ ਹੈ ਜੀ ਵੀ ਛੋਟੇ ਭਾਈ ਦੇ ਹੁੰਦੇ ਹੋਏ ਬੜਾ ਭਾਈ ਕੰਮ ਨਹੀਂ ਕਰਦਾ। ਤੇ ਆਈ ਲਾਈਕ ਦੈਟ ਥਿੰਗ, ਯੂਨਿਟੀ ਕ੍ਰੀਏਟ ਹੋਈ ਹੈ। ਤੇ ਗੌਰਮੈਂਟ ਨੂੰ ਵੀ ਚਾਹੀਦਾ ਵੀ ਜਿਹੜੀ ਆਪਣੀ ਡਿਮਾਂਡਾਂ ਹੈ ਉਹ ਮੰਨਣ। ਤੇ ਮੇਰਾ ਆਪਣਾ ਵਿਚਾਰ ਹੈ ਵੀ 87% ਜਿਹੜਾ
ਕਿਸਾਨ ਹੈ ਉਹ 5 ਏਕੜ ਤੱਕ ਦਾ ਹੈ ਜੀ ਪੂਰੇ ਇੰਡੀਆ 'ਚ। ਤੇ ਗੌਰਮੈਂਟ ਨੂੰ MSP ਲਾਅ ਬਣਾਉਣਾ ਚਾਹੀਦਾ ਵੀ MSP ਤਾਂ ਸਾਰੀ ਹੋਣੀ ਚਾਹੀਦੀ ਵੀ ਜਿਹੜੀ ਗੌਰਮੈਂਟ ਦੀ ਮੰਡੀ ਹੈ ਦੇ ਸ਼ੁੱਡ ਇਨਕਰੀਜ਼ ਇਨ ਬਿਹਾਰ, ਮਹਾਰਾਸ਼ਟਰ, ਸਾਰੀ ਜਗ੍ਹਾ ਮੰਡੀਆਂ ਹੋਣੀ ਚਾਹੀਦੀ ਵੀ 5 ਕਿਸਾਨ ਕਾਰਡ ਹੈ, 5 ਏਕੜ ਦੀ ਫਸਲ ਜਿਹੜੀ ਹੈ ਉਹ ਗੌਰਮੈਂਟ ਦੀ ਮੰਡੀ, ਪੈਰਲਲ ਮੰਡੀਆਂ ਬਣਾ ਦੇਣ ਜੀ, ਉਹ ਰੂਲ ਐਂਡ ਰੈਗੂਲੇਸ਼ਨ ਬਣਾਉਣ, MSP ਲਾਉਣ। ਬੰਦਾ ਤਾਂ ਪ੍ਰਾਈਵੇਟ ਲਿਊਗਾ ਹੀ ਲਿਊਗਾ ਜੀ, ਜਿਹਨੇ $20 ਰੁਪਏ ਦੀ ਲੈਣੀ ਹੈ 200 ਦੀ ਵੇਚਣੀ ਵੀ ਆਣੇ, ਪਰ ਜ਼ਿਮੀਦਾਰ ਨੂੰ ਇਹ ਵੀ ਉਹਦਾ ਸੁਧਾਰ ਹੋ ਜਾਊਗਾ ਤੇ ਗੌਰਮੈਂਟ ਨੂੰ ਸੋਚਣਾ ਚਾਹੀਦਾ ਜੀ ਇਸ ਬਾਰੇ। ਤੇ ਅਦਰਵਾਈਜ਼ ਲੱਗੇ ਹੋਏ ਜੀ ਥੋੜੀ ਗੱਲਬਾਤ ਕਰੀਏ ਕਿ ਜਿਹੜੀ ਆਪਣੀ ਇਹ ਮੁਹਿੰਮ ਹੈ, ਕਿਉਂਕਿ ਇਸ ਬਾਰੇ ਦੇਖੋ ਜਿੰਨਾ ਚਿਰ ਅਸੀਂ ਜਿਹੜੀ ਪ੍ਰੋਬਲਮ ਨੂੰ ਲੈ ਕੇ ਬੈਠਦੇ ਹਾਂ, ਪ੍ਰੋਬਲਮ ਦਾ ਸੋਲੂਸ਼ਨ ਨਹੀਂ ਲੱਭਦੇ। ਜਿਹੜਾ ਹੁਣ ਆਪਾਂ ਸੋਲੂਸ਼ਨ ਸ਼ੁਰੂ ਕੀਤਾ, ਇਹ ਸਾਰਿਆਂ ਨੂੰ ਇਸ ਵਿੱਚ ਆ ਕੇ ਹਿੱਸਾ ਪਾਉਣਾ ਚਾਹੀਦਾ ਕਿ ਅਸੀਂ ਜੋ 40 ਸਾਲ ਦਾ ਅਸੀਂ ਜੋ ਕੁਝ ਕਰਦੇ ਆ ਰਹੇ ਹਾਂ, ਅੱਜ ਆਪਾਂ ਉਸ ਮੋੜ ਤੇ ਖੜ ਗਏ ਕਿ ਸਾਨੂੰ ਆਪ ਨੂੰ ਨਹੀਂ ਪਤਾ ਲੱਗਦਾ ਤੇ ਕਰੀਏ ਤਾਂ ਕਰੀਏ। ਗੱਲ ਇਹ ਸੀ ਕਿ ਜਿਹੜੀਆਂ ਪਿਛਲੇ ਪ੍ਰੋਗਰਾਮਾਂ 'ਚ ਆਪਾਂ ਡਿਸਕਸ ਕੀਤੀ ਸੀ ਗੱਲ ਜੀ ਕਿ ਬਰੂਦ ਬਣਾਉਣ ਵਾਲੀਆਂ ਕੰਪਨੀਆਂ ਵਿਹਲੀਆਂ ਹੋ ਗਈਆਂ ਦੂਜੀ ਸੰਸਾਰ ਜੰਗ ਤੋਂ ਬਾਅਦ। ਉਹਨਾਂ ਨੂੰ ਨਹੀਂ ਸੀ ਮਿਲਦਾ ਕੰਮ ਜੀ, ਉਹਨਾਂ ਨੇ ਫਿਰ ਜ਼ਹਿਰ ਬਣਾਈ ਤੇ ਜ਼ਹਿਰ ਲਈ ਚੁਣਿਆ ਕਿਸਾਨਾਂ ਨੂੰ। 1947 ਦੇ ਵਿੱਚ ਨਾ ਅਮਰੀਕਾ ਦੇ ਵਿੱਚ ਇੱਕ ਐਡਵਰਟਾਈਜ਼ਮੈਂਟ ਆਉਂਦੀ ਸੀ ਟੈਲੀਵਿਜ਼ਨ ਤੇ, ਉਹ DDT ਦੇ ਬਾਰੇ ਸੀ। ਹਾਂਜੀ ਹਾਂਜੀ। ਤੇ DDT ਖਾ ਕੇ ਵਿਖਾਉਂਦਾ ਸੀ ਇੱਕ ਬੰਦਾ ਚਮਚੇ ਨਾਲ, ਐਡਵਰਟਾਈਜ਼ਮੈਂਟ ਕਰਨ ਵਾਲਾ। ਉਹ DDT ਤਾਂ ਨਹੀਂ ਖਾਂਦਾ ਸੀ, ਖਾਂਦਾ ਤਾਂ ਸ਼ੂਗਰ ਸੀ, ਖੰਡ, ਪਰ ਵਿਖਾਉਂਦਾ ਸੀ ਕਿ ਮੈਂ DDT ਖਾ ਰਿਹਾ, ਦੇਖੋ ਮੈਨੂੰ ਕੋਈ ਨੁਕਸਾਨ ਨਹੀਂ ਹੋਇਆ। ਸੰਨ 70 'ਚ ਇਹਨਾਂ ਦੇਸ਼ਾਂ ਨੇ ਫੈਸਲਾ ਕਰ ਲਿਆ ਕਿ ਜਿਹੜੀ DDT ਹੈ ਨਾ, ਇਹ ਖੇਤਾਂ 'ਚ ਜਾਂਦੀ ਹੈ, ਜਿਹੜੀ ਹਵਾ 'ਚ ਉੱਡ ਜਾਂਦੀ ਹੈ ਨਾ, ਉਹ ਬੱਦਲਾਂ ਨਾਲ ਹੀ ਮੀਂਹ ਵਿੱਚ ਦੀ ਆ ਜਾਂਦੀ ਹੈ, ਉਹ ਮੱਛੀਆਂ ਦੇ ਢਿੱਡ 'ਚ ਜਾਂਦੀ ਹੈ। ਤੁਹਾਨੂੰ ਯਾਦ ਹੋਣਾ ਮੱਛੀਆਂ ਦੇ ਢਿੱਡ 'ਚ ਸਿੱਕਾ ਮਿਲਿਆ ਜੀ। ਔਰ ਜਿਹੜੀ ਬਾਕੀ ਦੀ ਹੈ ਉਹ ਜਿਵੇਂ ਪਸ਼ੂਆਂ ਦੇ ਪੱਠਿਆਂ ਚਲੀ ਗਈ, ਫਿਰ ਪਸ਼ੂਆਂ 'ਚ ਆ ਗਈ, ਪਸ਼ੂਆਂ 'ਚੋਂ ਦੁੱਧ 'ਚ ਆ ਗਈ, ਮਾਂ ਦੇ ਦੁੱਧ 'ਚ ਆ ਗਈ। ਉਹਦੀ ਉਮਰ 1000 ਸਾਲ ਹੈ। ਉਹਨੇ ਸਾਡੇ ਜੀਨ ਨੂੰ, ਸਾਡੇ ਹਾਰਮੋਨਸ ਨੂੰ ਮਿਊਟੇਸ਼ਨ ਕਹਿੰਦੇ ਨਾ ਕਿ ਕਰੋਨਾ ਮਿਊਟੇਸ਼ਨ ਕਰਕੇ ਰੰਗ ਬਦਲ ਗਿਆ। ਇਹਨੇ ਸਾਡੇ ਅੰਦਰ ਦੀ ਬੋਡੀ ਦੇ ਰੰਗ ਬਦਲਦੇ ਨੇ ਸੈੱਲਸ ਦੇ, ਔਰ ਸਾਡੇ ਅੰਦਰ ਮਤਲਬ ਜੋ ਨੁਕਸਾਨ ਕਰਨਾ ਹੈ ਜ਼ਹਿਰ ਭਰ ਕੇ, ਜ਼ਹਿਰ ਕੀ ਬਹੁਤ ਲੰਬੇ ਨੁਕਸਾਨ ਕਰਨੇ ਆ। ਮੈਂ ਇੱਥੇ ਦੱਸ ਨਹੀਂ ਸਕਦਾ ਤੁਹਾਨੂੰ, ਸਮਾਂ ਥੋੜ੍ਹਾ ਹੈ। ਸਾਡੇ 1992 ਦੇ ਵਿੱਚ ਅਸੀਂ ਨਹੀਂ ਉੱਠੇ, ਅਸੀਂ ਗਲਫਤ ਦੀ ਨੀਂਦ ਸੁੱਤੇ ਰਹੇ, ਅਸੀਂ ਸਾਰਾ ਕੁਝ ਸਰਕਾਰਾਂ ਵੱਲ ਨਹੀਂ ਝਾਕਦੇ ਰਹੇ ਜੀ। ਔਰ ਪ੍ਰਵਾਸੀ ਬੰਦਿਆਂ ਦੇ ਕੋਲ ਅੱਜ ਬਹੁਤ ਸਾਰੀ ਜ਼ਮੀਨ ਹੈ, ਬਹੁਤ ਸਾਰੇ ਸਾਧਨ ਨੇ, ਔਰ ਉਹਨਾਂ ਨੂੰ ਫਰਕ ਵੀ ਕੋਈ ਨਹੀਂ ਪੈਂਦਾ। 1992 'ਚ BT ਕਾਟਨ ਆਈ, ਫਿਰ ਸੋਇਆਬੀਨ 'ਚ GM ਸੀਡ ਆ ਗਏ, ਫਿਰ ਤੁਹਾਡੀਆਂ ਗਾਵਾਂ 'ਚ GM ਸੀਡ ਆਏ, ਮੱਝਾਂ 'ਚ ਸੀਡ ਆਏ। ਇਹ ਗੈਰ ਕੁਦਰਤੀ ਵਰਤਾਰਾ ਬੇਰੋਕ ਚੱਲਦਾ ਰਿਹਾ, ਔਰ ਅਸੀਂ ਸਾਡੀਆਂ ਯੂਨੀਵਰਸਿਟੀਆਂ, ਸਾਡੀਆਂ ਸੰਸਥਾਵਾਂ, ਆਮ ਲੋਕਾਂ ਦਾ ਕਸੂਰ ਨਹੀਂ ਹੁੰਦਾ। ਆਮ ਲੋਕ ਇੰਨੇ ਜਾਗਰੂਕ ਵੀ ਨਹੀਂ ਹੁੰਦੇ। ਸੋ 5.5 ਬਿਲੀਅਨ ਪਾਉਂਡ ਸੰਸਾਰ ਦੇ ਵਿੱਚ ਇਹ ਪੈਸਟੀਸਾਈਡਸ ਵਰਤੀ ਗਈ, ਜਿਹਦੇ 'ਚੋਂ 1 ਬਿਲੀਅਨ ਪਾਉਂਡ ਇਕੱਲੇ ਅਮਰੀਕਾ ਦੇ ਵਿੱਚ ਵਰਤੀ ਜਾਂਦੀ ਹੈ ਅਜੇ ਵੀ। ਔਰ ਉਹਦੇ ਨਾਲ ਨੁਕਸਾਨ ਉਹਦਾ ਕੋਈ ਲੇਖਾ ਜੋਖਾ ਹੀ ਨਹੀਂ, ਕਿੰਨਾ ਜ਼ਿਆਦਾ ਨੁਕਸਾਨ ਹੁੰਦਾ ਹੈ। ਔਰ ਜਿੱਥੋਂ ਤੱਕ ਸਵਾਲ ਹੈ ਕਿ ਸਾਡੇ ਜਾਗਣ ਦਾ, ਜੇ ਅਸੀਂ ਹੁਣ ਵੀ ਨਾ ਜਾਗੇ, ਉਹ ਆਹ ਧਰਤੀ ਵੱਧ ਹੈ, ਹੁਣ ਵੱਤਰ ਧਰਤੀ ਹੈ, ਹੁਣ ਵਾਹੁਣ ਦੀ ਲੋੜ ਹੈ। ਅੱਜ ਕਿਸਾਨ ਅੰਦੋਲਨ ਦੇ ਉੱਪਰ ਸਾਰੇ ਸੰਸਾਰ ਦੀਆਂ 450 ਵਿਦੇਸ਼ੀ ਚੈਨਲ ਉੱਥੇ ਗਏ ਹੈ ਜੀ। ਹਾਂ। ਔਰ ਉੱਥੇ ਅੱਖਾਂ ਲੱਗੀਆਂ ਹੋਈਆਂ। ਅੱਜ ਇਹ ਸਮਾਂ ਸੀ ਕਿ ਗੱਲਾਂ ਵਿਚਾਰੋ, ਆਪਣੇ ਫੈਮਿਲੀ ਰੂਮ 'ਚ, ਆਪਣੇ ਘਰਾਂ 'ਚ ਆਪਣੇ ਬੱਚਿਆਂ ਨਾਲ ਬੈਠ ਕੇ ਫੂਡ ਦੀ ਗੱਲ ਕਰੋ ਵੀ ਤੁਸੀਂ ਖਾ ਕੀ ਰਹੇ ਹੋ, ਤੁਹਾਨੂੰ ਫੂਡ ਦੇ ਵਿੱਚ ਕਿਤੇ ਜ਼ਹਿਰ ਤਾਂ ਨਹੀਂ ਮਿਲ ਰਿਹਾ। ਸਾਨੂੰ ਇਹ ਗੱਲਾਂ ਵਿਚਾਰਨ ਦੀ ਲੋੜ ਹੈ। ਇਹ ਗੱਲਾਂ ਤਾਂ ਸੋਚਦਾ ਕੋਈ ਨਹੀਂ। ਦੇਖੋ ਸਾਨੂੰ ਕਿਤੋਂ ਨਾ ਕਿਤੋਂ ਇਹ ਡਿਸਕਸ਼ਨ ਚਲਾਉਣੀ ਪੈਣੀ ਹੈ। ਇਹ ਫਰਜ਼ ਸੀਗਾ ਸਾਡੀਆਂ ਵੱਡੀਆਂ ਯੂਨੀਵਰਸਿਟੀਜ਼ ਦਾ, ਵਿਦਵਾਨਾਂ ਦਾ। ਮੈਨੂੰ ਤਾਂ ਲੱਗਦਾ ਜੇ ਵਿਦਵਾਨ ਨਾ ਹੁੰਦੇ ਤਾਂ ਸ਼ਾਇਦ ਇੰਨਾ ਨੁਕਸਾਨ ਹੀ ਨਾ ਹੁੰਦਾ। ਉਹ ਨੀਮ ਹਕੀਮ ਖਤਰਾ ਜਾਨ ਨੇ ਸਾਨੂੰ ਇੰਨਾ ਕੁ ਤੰਗ ਕਰਤਾ। ਇਹਦੇ 'ਤੇ ਇੱਕ ਵੱਖਰੀ ਵਿਸ਼ੇ ਦੇ ਉੱਤੇ ਸਪੈਸ਼ਲ ਗੱਲਬਾਤ ਹੋਊਗੀ, ਕਿਵੇਂ ਗੋਰਿਆਂ ਨੇ, ਬ੍ਰਿਟਿਸ਼ ਗਵਰਨਮੈਂਟ ਨੇ ਸਾਡੇ 'ਚ ਬਾਬੂ ਪੈਦਾ ਕੀਤਾ। ਕਿਰਤ, ਜਿਹਨੂੰ ਗੁਰੂ ਮਹਾਰਾਜ ਨੇ ਪਹਿਲਾ ਨੰਬਰ ਦਿੱਤਾ ਨਾ ਕਿਰਤ ਨੂੰ, ਅੱਜ ਕਿਰਤ ਕਰਨ ਤੋਂ, ਲਿਬੜਨ ਵਾਲੀ ਜੌਬ ਕਰਨ ਤੋਂ ਸਾਡਾ ਪੰਜਾਬੀ ਬੰਦਾ ਭੱਜ ਰਿਹਾ। ਉਹ ਕਾਨਪੁਰ ਦਾ ਪਿਸਤੌਲ ਪਾਉਂਦਾ ਹੈ ਚਿੱਟੇ ਕੁੜਤੇ ਪਜਾਮੇ ਦੇ ਵਿੱਚ, ਤੇ ਗਾਉਣ ਵਾਲੀ ਦੇ ਉੱਤੇ ਫਾਇਰ ਕਰਦਾ ਹੈ, ਪਰ ਉਹ ਕਿਰਤ ਨੂੰ ਚੰਗਾ ਨਹੀਂ ਸਮਝਦਾ। ਸਾਨੂੰ ਇਹ ਸਾਰੇ ਮੁੱਦੇ ਵਿਚਾਰਨੇ ਪੈਣਗੇ। ਅੱਜ ਤੁਹਾਡੇ ਮਾਧਿਅਮ ਰਾਹੀਂ ਮੈਂ ਇੱਕ ਬੇਨਤੀ ਕਰਦਾ ਜਥੇਦਾਰ ਅਕਾਲ ਤਖਤ ਨੂੰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬਾਨ ਨੂੰ, ਔਰ ਹੋਰ ਸੰਸਥਾ ਦੇ ਸੰਤਾਂ, ਮਹਾਤਮਾਵਾਂ, ਪੀਰਾਂ ਫਕੀਰਾਂ ਨੂੰ ਕਿ ਤੁਸੀਂ ਆਪਣੀ ਧਰਤੀ ਦੇ ਉੱਤੇ ਜ਼ਮੀਨ ਛੱਡਣ ਦਾ ਲੰਗਰ ਚਲਾਓ, ਤੁਸੀਂ ਬੂਟੇ ਲਾਉਣ ਦਾ ਲੰਗਰ ਚਲਾਓ। ਮੈਨੂੰ ਨਹੀਂ ਲੱਗਦਾ ਕਿ ਪੰਜਾਬ 'ਚ ਪੁਰਾਣੇ
ਜਿਹੜੇ ਟਰੀ ਆ ਉਹਨਾਂ ਦੀ ਕੋਈ ਨਰਸਰੀ ਹੋਣੀ ਹੈ, ਨਹੀਂ ਹੋਣੀ, ਬਹੁਤ ਔਖੀ ਨਰਸਰੀ ਹੋਣੀ ਹੈ। ਔਰ ਘੱਟ ਤੋਂ ਘੱਟ ਸਾਰੇ ਹਿੰਦੁਸਤਾਨ 'ਚ ਇਹ ਰਿਵਾਜ ਪਵੇ ਕਿ ਜਿਹੜੇ ਪ੍ਰਵਾਸੀ ਬੰਦੇ, ਅਸੀਂ ਸੀਡ ਲਵਾਂਗੇ ਕਿੱਥੋਂ? ਅਸੀਂ ਉੱਥੋਂ ਦੇ ਕਿਸਾਨ ਭਰਾਵਾਂ ਨੂੰ ਇੱਕ ਬੇਨਤੀ ਕਰਦੇ ਹਾਂ ਕਿ ਤੁਸੀਂ ਆਪਣੀਆਂ ਨਰਸਰੀਜ਼ ਕਾਇਮ ਕਰੋ, ਬੂਟੇ ਉਹ ਕਾਇਮ ਕਰੋ ਜਿਹੜੇ ਤੁਹਾਡੇ ਪੁਰਾਣੇ ਟ੍ਰੈਡੀਸ਼ਨਲ ਮੂਲ ਰੁੱਖ ਨੇ। ਤੇ ਵੈਸੇ ਤਾਂ ਇੱਕ ਧਿਰ ਹੋਰ ਵੀ ਹੈ, ਉਹਦੀ ਵੀ ਗੱਲ ਇੱਥੇ ਕਰਨੀ ਬਣਦੀ ਹੈ ਜੀ। ਤੇ ਉਹ ਧਿਰ ਹੈਗੀ ਹੈ ਸਾਡੇ ਕਵਿਤਾਵਾਂ ਲਿਖਣ ਵਾਲੇ, ਸਾਡੇ ਨਾਟਕ ਲਿਖਣ ਵਾਲੇ, ਸਾਡੇ ਗਾਉਣ ਵਾਲੇ, ਸਾਡੇ ਮੂਵੀਆਂ ਬਣਾਉਣ ਵਾਲੇ ਵੀਰ। ਉਹਨਾਂ ਦਾ ਇੱਕ ਫਰਜ਼ ਹੁੰਦਾ ਹੈ ਕਿ ਕਿਉਂਕਿ ਲੋਕ ਉਹਨਾਂ ਨੂੰ ਸੁਣਦੇ ਹੈ ਜੀ। ਅੱਜ ਸਿੰਘੂ ਤੇ ਟਿੱਕਰੀ ਵੱਡ ਤੇ ਉੱਤੇ ਜਾ ਕੇ ਉਹ ਮਹਾਕੁੰਭ ਦੇ ਵਿੱਚ ਉਹ ਹਿੱਸਾ ਲੈ ਕੇ ਕਿਸਾਨਾਂ 'ਚ ਦਿਲੋਂ, ਮੈਂ ਕਹਿੰਦਾ ਜੇ ਅੱਜ ਤੋਂ ਬਾਅਦ ਵੀ ਉਹ ਮਾੜੇ ਗੀਤ ਤੇ ਲੋਕ ਵਿਰੋਧੀ ਗੀਤ ਗਾਉਣਗੇ ਤਾਂ ਲਾਹਣਤ ਉਹਨਾਂ ਦੇ ਜੀ। ਉਹਨਾਂ ਨੂੰ ਉੱਥੇ ਆਪਣੇ ਜੀਵਨ ਚੇਂਜ ਕਰਨੇ ਚਾਹੀਦੇ ਆ। ਮੈਂ ਇੱਕ ਯਾਦ ਕਰਦਾ, ਇੱਕ ਕਵੀ ਸੀ ਸਾਡੇ ਸ਼ਿਵ ਕੁਮਾਰ ਬਟਾਲਵੀ, ਹਾਂਜੀ। ਉਹਨੇ ਨਾ ਰੁੱਖਾਂ ਦੇ ਸੰਬੰਧ 'ਚ ਇੱਕ ਗੱਲ ਲਿਖੀ ਸੀ, ਬੜੀ ਚੰਗੀ ਲੱਗਦੀ ਹੈ ਜੀ। ਕਹਿੰਦਾ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ ਤੇ ਕੁਝ ਰੁੱਖ ਲੱਗਦੇ ਮਾਵਾਂ। ਵਾਹ ਵਾਹ। ਰੁੱਖਾਂ 'ਚੋਂ ਰਿਸ਼ਤੇ ਲੱਭੇ ਸ਼ਿਵ ਕੁਮਾਰ ਬਟਾਲਵੀ ਨੇ, ਬਹੁਤ ਪਿਆਰੇ ਰਿਸ਼ਤੇ ਲੱਭੇ। ਕਹਿੰਦਾ ਕੁਝ ਰੁੱਖ ਨੂੰਹਾਂ ਤੇ ਧੀਆਂ ਲੱਗਦੇ ਤੇ ਕੁਝ ਰੁੱਖ ਵਾਂਗ ਭਰਾਵਾਂ। ਵਾਹ। ਕੁਝ ਰੁੱਖ ਮੇਰਾ ਜੀ ਕਰਦਾ ਮੈਂ ਕੁੱਛੜ ਚੱਕ ਖੜਾਵਾਂ। ਕਹਿੰਦਾ ਕੁਝ ਰੁੱਖ ਮੇਰੇ ਦਾਦੇ ਵਰਗੇ ਜਾਂ ਪੱਤਰ ਟਾਵਾਂ ਟਾਵਾਂ। ਸੋ ਉਹਨੇ ਦਾਦੇ ਦਾਦੀਆਂ ਦੇ ਰਿਸ਼ਤੇ, ਚਾਚੇ ਤਾਇਆਂ ਦੇ ਰਿਸ਼ਤੇ, ਭੈਣਾਂ ਭਰਾਵਾਂ ਦੇ ਰਿਸ਼ਤੇ ਰੁੱਖਾਂ 'ਚ ਲੱਭੇ। ਰੁੱਖਾਂ ਨੂੰ ਪਿਆਰ ਕਰਦਾ ਸੀ ਬੰਦਾ। ਮੈਂ ਬੇਨਤੀ ਕਰੂੰਗਾ ਇਹ ਪੜ੍ਹਨ ਤੇ ਲਿਖਣ ਵਾਲੇ ਵਿਦਵਾਨਾਂ ਨੂੰ ਮਾੜਾ ਮੋਟਾ ਖਿਆਲ ਕਰਿਓ। ਸਾਡੀ ਧਰਤੀ ਉਜੜਦੀ ਜਾ ਰਹੀ ਹੈ, ਅਸੀਂ ਮਾਰੂਥਲ ਵੱਲ ਵੱਧ ਰਹੇ ਹਾਂ, ਅਸੀਂ ਪਲ ਪਲ ਕਰਕੇ ਪਾਣੀ ਦਾ ਉਹ ਨੁਕਸਾਨ ਕਰ ਰਹੇ ਹਾਂ। ਜੇ ਅਸੀਂ ਰਾਮਪਾਲ ਗੁੱਜਰ ਤੇ ਭਾਈ ਮਨਦੀਪ ਜਾਂ ਸ਼ਮਸ਼ੇਰ ਹੋਰਾਂ ਵਾਂਗੂ ਨਾ ਜਾਗੇ ਜੀ, ਫਿਰ ਸਮਾਂ ਵਾਪਸ ਨਹੀਂ ਆਉਣਾ, ਲੰਘਿਆ ਵੇਲਾ ਫਿਰ ਹੱਥ ਨਹੀਂ ਆਉਣਾ। ਸ਼ੁਰੂਆਤ ਕਿਤੇ ਨਾ ਕਿਤੇ ਅੱਜ ਹੋਇਆ। ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਰਿਹਾ। ਰਾਮ ਪਵਾਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਮਨਦੀਪ ਗੱਲ ਹੋਣਾ ਬਹੁਤ ਬਹੁਤ ਧੰਨਵਾਦ। ਸੁਰਜੀਤ ਸਿੰਘ ਜੀ ਤੁਸੀਂ ਸਟੂਡੀਓ ਆ ਕੇ ਜਿਹੜੀ ਗੱਲਬਾਤ ਕਰਦੇ ਆ ਨਾ ਬਹੁਤ ਵਧੀਆ ਹੁੰਦੀ ਆ। ਇਹਦੇ ਵਿੱਚ ਕੀ ਆ ਕਿ ਆਪਾਂ ਨੂੰ ਕੁਛ ਨਾ ਕੁਛ ਬਦਲਣਾ ਜ਼ਰੂਰ ਪਏਗਾ। ਤੇ ਅੱਜ ਦਾ ਸਮਾਂ ਦੇਣ ਦਾ ਤੁਹਾਡਾ ਦੋਨਾਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਮਿਹਰਬਾਨੀ ਬਾਬਾ ਸਾਹਿਬ ਤੁਹਾਡੀ।